ਸਾਰੇ ਦਰਸ਼ਕਾਂ ਦਾ ਮੈਂ ਸੁਰਿੰਦਰ ਸਿੰਘ ਸਵਾਗਤ ਕਰਦਾ। ਪ੍ਰੋਗਰਾਮ ਦਾ ਨਾਮ ਹੈ ਫੈਲੇ ਵਿਦਿਆ ਚਾਨਣ ਹੋਏ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਉਹਨਾਂ ਦੀ ਗੁਰਿਆਈ ਨੂੰ ਲੱਖ ਲੱਖ ਵਾਰ ਨਮਸਕਾਰ। ਇਸ ਨਮਸਕਾਰ ਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਇਹ ਪ੍ਰੋਗਰਾਮ ਖਾਸ ਤੌਰ ਦੇ ਉੱਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਨੂੰ ਸਾਡੇ ਗੁਰੂ ਸਾਹਿਬ ਭਗਤਾਂ ਅਤੇ ਹੋਰ ਸਿੱਖਾਂ ਵੱਲੋਂ ਜੋ ਸਿੱਖਿਆਵਾਂ ਦਿੱਤੀਆਂ ਗਈਆਂ ਨੇ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਸੋ ਸਾਰਿਆਂ ਨੂੰ ਮੈਂ ਇਹ ਗੱਲ ਦੱਸ ਦਿਆਂ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਿਆ ਕਰਨਗੇ ਬੀਬੀ ਜਸਬੀਰ ਕੌਰ ਜੀ। ਬੀਬੀ ਜਸਬੀਰ ਕੌਰ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਨੇ ਅਤੇ ਇਸੇ ਕਰਕੇ ਅਸੀਂ ਇਹ ਜਿਹੜਾ ਵਕਫਾ ਹੈ ਉਸ ਨੂੰ ਸਿੱਧਾ ਉਹਨਾਂ ਦੇ ਨਾਲ ਮੁਖਾਤਿਬ ਹੁੰਦਿਆਂ ਹੀ ਜਿਹੜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਹੈ ਜਾਂ ਉਸ ਦੇ ਵਿੱਚ ਦਰਜ ਸਿੱਖਿਆਵਾਂ ਨੇ ਸਿੱਧਾ ਉਹਨਾਂ ਬਾਰੇ ਗੱਲਬਾਤ ਸ਼ੁਰੂ ਕਰਾਂਗੇ। ਬੀਬੀ ਜਸਬੀਰ ਕੌਰ ਜੀ, ਸਾਰੀ ਸੰਗਤ ਵੱਲੋਂ ਅਤੇ ਸਤਲੁਜ ਨੈਟਵਰਕ ਵੱਲੋਂ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਅਤੇ ਆਪ ਜੀ ਦੇ ਨੈਟਵਰਕ ਦਾ ਔਰ ਸਾਡੇ ਸਾਰੇ ਦੇਖਣ ਵਾਲੇ ਸਰੋਤਿਆਂ ਨੂੰ ਗੁਰਫਤਿਹ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜਸਬੀਰ ਕੌਰ ਆਪਣੇ ਆਪ ਦੇ ਵਿੱਚ ਇੱਕ ਨਾਮ ਹੈ ਅਤੇ ਉਹਦੇ 'ਤੇ ਆਪਾਂ ਚਰਚਾ ਨਹੀਂ ਕਰਾਂਗੇ ਕਿਉਂਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਸਾਡੇ ਮਹਾਨ ਜਾਗਦੀ ਜੋਤ ਦਾ ਦਰਜਾ ਦਿੱਤਾ ਹੋਇਆ ਗੁਰੂ ਸਾਹਿਬ ਨੇ ਅਤੇ ਸਿੱਖ ਕੌਮ ਦੇ ਵਿੱਚ ਅੱਜ ਜੇ ਕੋਈ ਸਭ ਤੋਂ ਵੱਡੀ ਪ੍ਰਮਾਣਿਕਤਾ, ਉੱਚਤਾ, ਸਰਵਉੱਚਤਾ ਜੇ ਕਿਸੇ ਨੂੰ ਹਾਸਲ ਹੈ ਤਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ। ਗੁਰੂ ਸ਼ਬਦ ਅੱਗੇ ਲੱਗਿਆ ਹੋਇਆ ਗ੍ਰੰਥ ਸਾਹਿਬ ਜੀ ਦੇ ਅਤੇ ਗੁਰੂ ਜਿਹੜਾ ਹੈ ਸ਼ਬਦ ਅਤੇ ਸ਼ਬਦ ਗੁਰੂ ਹੈ ਇਹਦੇ ਨਾਲ ਹੀ ਬਹੁਤ ਸਾਰੀਆਂ ਜਿਹੜੀਆਂ ਤੁਕਾਂ ਨੇ ਗੁਰਬਾਣੀ ਦੇ ਵਿੱਚ ਵੀ ਸ਼ਬਦ ਅਜਿਹੇ ਨੇ ਜਿਹੜੇ ਗੁਰੂ ਦੀ ਮਹਾਨਤਾ ਬਾਰੇ ਸਾਨੂੰ ਜਾਣਕਾਰੀ ਦਿੰਦੇ ਨੇ। ਪਰ ਮੈਂ ਛੋਟਾ ਮੂੰਹ ਵੱਡੀ ਗੱਲ ਹੋ ਜਾਂਦੀ ਹੈ, ਮੈਨੂੰ ਉਨੀ ਜਾਣਕਾਰੀ ਨਹੀਂ ਹੈ, ਇਸੇ ਕਰਕੇ ਅਸੀਂ ਤੁਹਾਡੀ ਮਦਦ ਲੈ ਰਹੇ ਹਾਂ ਸਾਡੇ ਦਰਸ਼ਕਾਂ ਨੂੰ ਅੱਗੇ ਜਾਣਕਾਰੀ ਮੁਹੱਈਆ ਕਰਵਾਉਣ ਦੀ। ਕੀ ਤੁਸੀਂ ਦੱਸੋਗੇ ਕਿ ਗੁਰੂ ਕੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਕੀ ਹੈ ਸਾਡੇ ਲਈ? ਹਾਂਜੀ, ਅਸੀਂ ਸਾਹਿਬ ਦਾ ਆਸਰਾ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਨਾਨਕ ਪਾਤਸ਼ਾਹ ਜੀ ਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆਸਰਾ ਲੈ ਕੇ ਆਪਣੇ ਸਰੋਤਿਆਂ ਦੀ ਸੇਵਾ ਵਿੱਚ ਇਹ ਛੋਟੀ ਜਿਹਾ ਜਿਹੜਾ ਉੱਦਮ ਉਪਰਾਲਾ ਆਪ ਜੀ ਵੱਲੋਂ ਆਰੰਭਿਆ ਗਿਆ ਹੈ। ਸਭ ਤੋਂ ਪਹਿਲਾਂ ਤਾਂ ਮੈਂ ਉਹਨੂੰ ਸਲਾਮ ਕਰਦੀ ਹਾਂ ਔਰ ਮਹਾਰਾਜ ਦੀ ਬਖਸ਼ਿਸ਼ ਮੰਨਦੀ ਹਾਂ ਕਿ ਇਹ ਮੌਕਾ ਸਾਨੂੰ ਮਿਲਿਆ ਔਰ ਅਸੀਂ ਆਪਣੇ ਸਾਹਿਬ ਦੀਆਂ ਸਿਫਤਾਂ ਗਾ ਸਕੀਏ ਕਿਉਂਕਿ ਸਤਿਗੁਰੂ ਜੀ ਦੀ ਸਿਫਤ ਗਾਉਣ ਨਾਲ ਹੀ ਅਸੀਂ ਸਿਫਤਾਂ ਦੇ ਪਾਤਰ ਬਣਦੇ ਹਾਂ। ਅਤੇ ਸਭ ਤੋਂ ਪਹਿਲਾਂ ਸਾਹਿਬ ਕਹਿੰਦੇ ਆ, ਜਿਸ ਨੀਚ ਕੋ ਕੋਇ ਨਾ ਜਾਣੇ, ਨਾਮ ਜਪਤ ਉਹ ਚੌਂ ਕੁੰਟ ਮਾਨੇ। ਅਤੇ ਇਹਦੀਆਂ ਉਦਾਹਰਨਾਂ ਤੁਹਾਨੂੰ ਜਦੋਂ ਤੋਂ ਸਾਹਿਬ ਦੁਨੀਆ 'ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਕਾਸ਼ ਲਿਆ ਅਤੇ ਅੱਗੇ 239 ਸਾਲ ਅਤੇ ਅੱਜ ਤੱਕ 550 ਸਾਲ ਦੇ ਵਿੱਚ ਅਸੀਂ ਵੇਖਦੇ ਆਏ ਹਾਂ ਕਿ ਜੋ ਵੀ ਗੁਰੂ ਕੀ ਬਾਣੀ ਨਾਲ ਗੁਰੂ ਦਾ ਰੂਪ ਹੋਇਆ ਉਹਦਾ ਨਾਂ ਆਪਣੇ ਆਪ ਸਭ ਨੂੰ ਪਤਾ ਲੱਗ ਗਿਆ। ਉਹ ਗੁਰੂ ਰੋਸ਼ਨੀ ਹੀ ਐਸਾ ਨੂਰ ਹੈ। ਅਸੀਂ ਸਭ ਤੋਂ ਪਹਿਲਾਂ ਗੁਰੂ ਸ਼ਬਦ ਤੋਂ ਹੀ ਸ਼ੁਰੂ ਕਰਾਂਗੇ ਔਰ ਪ੍ਰੋਫੈਸਰ ਸਾਹਿਬ ਸਿੰਘ ਜੀ ਜੋ ਸਾਡੇ ਅੱਜ ਤੱਕ ਦੇ ਮਹਾਨ ਖੋਜਕਾਰ ਔਰ ਸਿੱਖ ਚਿੰਤਕ ਹੋਏ ਨੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਗੁਰਬਾਣੀ ਨੂੰ ਸਰਲ ਸ਼ਬਦਾਂ ਵਿੱਚ ਸਾਡੇ ਲਈ ਉਪਲਬਧ ਕਰਾਇਆ, ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਦੇ ਕੇ ਔਰ ਗੁਰਬਾਣੀ ਨੂੰ ਵਿਆਕਰਣ ਦੇ ਨਿਯਮਾਂ ਦੇ ਮੁਤਾਬਿਕ ਉਹਦਾ ਜਿਹੜਾ ਉਲੱਥਾ ਕੀਤਾ, ਉਹਨੂੰ ਤੁਸੀਂ ਟਰਾਂਸਲੇਸ਼ਨ ਕਹਿ ਲਓ ਜਾਂ ਗੁਰਬਾਣੀ ਦੇ ਅਰਥਾਂ ਨੂੰ ਸਾਨੂੰ ਸਮਝਾਇਆ, ਉਹਦੇ ਲਈ ਵੀ ਸਤਿਗੁਰ ਦਾ ਬਹੁਤ ਬਹੁਤ ਧੰਨਵਾਦ ਹੈ ਜਿੱਥੋਂ ਸਾਨੂੰ ਸੋਝੀ ਮਿਲਦੀ ਹੈ। ਔਰ ਸਾਹਿਬ ਜੀ ਗੁਰੂ ਸ਼ਬਦ ਜਿਹੜਾ ਹੈਗਾ ਉਹ ਪੁਰਾਣਾ ਸ਼ਬਦ ਹੈ ਔਰ ਭਾਰਤ ਦੇ ਜਾਂ ਉਸ ਸਾਊਥ ਏਸ਼ੀਆ ਦੇ, ਕਿਉਂਕਿ ਉੱਧਰ ਦੇ ਲੋਕ ਰੂਹਾਨੀਅਤ ਨੂੰ ਬੜੀ ਤਰਜੀਹ ਦਿੰਦੇ ਰਹੇ ਹਨ ਅਤੇ ਉਹਨਾਂ ਨੇ ਵੀ ਗੁਰੂ ਸ਼ਬਦ ਇਸਤੇਮਾਲ ਕੀਤਾ। ਪਰ ਅਸੀਂ ਗੁਰੂ ਨੂੰ ਗੁਰਬਾਣੀ ਦੇ ਮੁਤਾਬਕ ਸਮਝਾਂਗੇ ਤਾਂ ਕਿ ਸਾਡੇ ਸਾਰੇ ਖਦਸ਼ੇ ਭੁਲੇਖੇ ਦੂਰ ਹੋ ਸਕਣ। ਹਾਂ, ਅਤੇ ਲੋੜ ਕਿਉਂ ਹੈ ਗੁਰੂ ਦੀ? ਗੁਰੂ ਸ਼ਬਦ ਦੋ ਲਫ਼ਜ਼ਾਂ ਨੂੰ ਜੋੜ ਕੇ ਬਣਦਾ ਹੈ, ਗੂ ਅਤੇ ਰੂ। ਗੂ ਦਾ ਮਤਲਬ ਅੰਧੇਰਾ ਹੁੰਦਾ ਹੈ ਅਤੇ ਰੂ ਦਾ ਮਤਲਬ ਭਖ ਜਾਣ ਵਾਲਾ, ਹਨੇਰੇ ਨੂੰ ਖਾ ਜਾਣ ਵਾਲਾ ਗੁਰੂ ਸ਼ਬਦ। ਹੁਣ ਹਨੇਰਾ ਕੀ ਹੈ ਅਤੇ ਭਖਣ ਵਾਲਾ ਕੌਣ ਹੈ? ਹਨੇਰਾ ਸਾਡੇ ਅੰਦਰ ਹੁੰਦਾ ਜਿਹਨੂੰ ਅਗਿਆਨਤਾ ਕਿਹਾ ਜਾਂਦਾ ਹੈ। ਉਹ ਵੀ ਸੌਰੀ ਮੇਰੇ ਵਿੱਚੋਂ ਕਈ ਵਾਰੀ ਇੰਗਲਿਸ਼ ਨਿਕਲ ਆਏਗੀ ਕਿਉਂਕਿ ਮੈਂ ਆਪਣੇ ਕਿੱਤੇ ਵਜੋਂ ਇੱਕ ਅੰਗਰੇਜ਼ੀ ਦੀ ਟੀਚਰ ਹਾਂ ਅਮਰੀਕਨ ਸਕੂਲਸ ਦੇ ਅੰਦਰ ਫॉर द ਲਾਸਟ 20 ਨਹੀਂ, ਸਾਡੇ ਅਗਲੀ ਪੀੜ੍ਹੀ ਦੇ ਜਿਹੜੇ ਦਰਸ਼ਕ ਨੇ ਉਹ ਵੀ ਉਹਨਾਂ ਨੂੰ ਵੀ ਫਾਇਦਾ ਹੋਏਗਾ, ਹੈ ਨਾ? ਹਾਂਜੀ।
ਤੇ ਤੁਸੀਂ ਵਰਤ ਸਕਦੇ ਹੋ ਅੰਗਰੇਜ਼ੀ ਦੇ ਸ਼ਬਦ। ਠੀਕ ਹੈ ਜੀ। ਤੇ ਗੁਰੂ ਜੀ, ਗੁਰੂ ਉਹ ਹੈ ਜੋ ਸਾਡੇ ਅੰਦਰ ਅੰਧੇਰਾ ਜੋ ਫੈਲਿਆ ਹੋਇਆ ਹੈ, ਸਾਡੀ ਰੂਹ ਦਾ ਅੰਧੇਰਾ, ਮਨ ਦਾ ਅੰਧੇਰਾ, ਜਿਹਦੇ ਵਿੱਚ ਅਸੀਂ ਔਗਣਾ ਕਰਕੇ ਫਸ ਜਾਂਦੇ ਹਾਂ। ਤੇ ਔਗਣਾ ਦੀ ਡੈਫੀਨੇਸ਼ਨ ਵੀ ਅਸੀਂ ਅੱਗੇ ਜਾ ਕੇ ਕਰਾਂਗੇ, ਜਿਹੜੀ ਗੁਰਬਾਣੀ ਦੇ ਵਿੱਚ ਆਉਂਦੀ, ਉਹਦੀ ਪਰਿਭਾਸ਼ਾ ਵੀ ਹੈ ਕਿ ਸਾਡੇ ਵੱਡੇ ਔਗਣ ਕਿਹੜੇ ਨੇ, ਕਿਉਂ ਅਸੀਂ ਦੁੱਖਾਂ 'ਚ ਪੈ ਜਾਂਦੇ ਹਾਂ, ਕਿਉਂ ਅਸੀਂ ਤੜਫਦੇ ਹਾਂ, ਤੇ ਕਿਉਂ ਅਸੀਂ ਫਿਰ ਰਾਹੋਂ ਗੁੰਮਰਾਹ ਹੋ ਜਾਂਦੇ ਹਾਂ। ਤੇ ਸਾਹਿਬ ਕਹਿੰਦੇ ਨੇ ਕਿ ਗੁਰੂ ਕੌਣ ਹੈ ਤੇ ਗੁਰੂ ਕਰਦਾ ਕੀ ਹੈ। ਉਹਦਾ ਅਸੀਂ ਛੋਟਾ ਜਿਹਾ ਇੱਕ ਸਵਈਆ ਪੜਾਂਗੇ, ਇਹ ਭੱਟ ਸਾਹਿਬਾਨਾਂ ਦੀ ਬਾਣੀ ਚੋਂ ਪਲੀਜ਼। ਹਾਂਜੀ। ਤੇ ਉਹ 11 ਭੱਟ ਸਾਹਿਬਾਨ ਹੋਏ ਨੇ, ਇਹਦੀ ਵੀ ਅਸੀਂ ਅੱਗੇ ਜਾ ਕੇ ਖੁਲਾਸਾ ਕਰਾਂਗੇ। ਤੇ ਉਹਨੂੰ ਅਸੀਂ, ਕਿਉਂਕਿ ਸਾਹਿਬ ਨੇ ਸਾਨੂੰ ਬਾਣੀ ਗਾਉਣ ਲਈ ਦਿੱਤੀ ਹੈ, ਮਨ ਟਿਕਦਾ ਹੀ ਗਾਉਣ ਕਰਕੇ ਹੈ। ਔਰ ਸੰਗੀਤ ਮਹਾਰਾਜ ਨੇ ਕਿਹਾ ਵੀ ਹੈ ਗੁਰਬਾਣੀ ਗਾਓ ਭਾਈ, ਹਰ ਸਫਲ ਸਦਾ ਸੁਖਦਾਈ। ਸੋ ਸਾਹਿਬ ਕਹਿੰਦੇ, ਅਸੀਂ ਇੱਥੋਂ ਸ਼ੁਰੂ ਕਰਾਂਗੇ, ਥੋੜੇ ਜਿਹੀ ਉਹਦੀ ਸਾਨੂੰ ਇੱਕ ਡੈਫੀਨੇਸ਼ਨ ਵੀ ਮਿਲ ਜਾਏਗੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਘਨ ਕੱਟੇ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ। ਗੁਰ ਨੈਣ ਬੈਣ ਗੁਰ ਗੁਰ ਕਰੋ। ਗੁਰ ਸਤ ਕਵ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨੈ ਕਿਓ। ਤੇ ਅਕਿਅਥ ਸੰਸਾਰ ਮੈਂ। ਜਿਨ ਗੁਰੂ ਨਾ ਦੇਖਿਓ ਨੈ ਕਿਓ। ਤੇ ਅਕਿਅਥ ਸੰਸਾਰ ਮੈਂ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਜੇ 100 ਚੰਦਾ ਉਗਵੈ, ਸੂਰਜ ਚੜੇ 1000। ਏਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਛੁੱਟੇ ਦਿਲ ਬੁਆੜ ਜਿਉ, ਸੁਨੇ ਅੰਦਰ ਖੇਤ। ਖੇਤੇ ਅੰਦਰ ਛੁੱਟਿਆ, ਕਉ ਨਾਨਕ ਸੋ ਨਾ। ਫਲੀਐ ਫੁਲੀਐ ਬਪੁੜੇ, ਭੀ ਤਨ ਵਿੱਚ ਸੁਆ। ਇਹ ਜੋ ਤੁਸੀਂ ਪਹਿਲੀ ਜਿਹੜੀ ਹੈਗਾ ਸਵਈਆ ਮਹਾਰਾਜ ਦਾ, ਉਹ ਭੱਟਾਂ ਦੀ ਬਾਣੀ ਹੈ। ਭੱਟ ਜਿਹੜੇ ਨਲ ਸਾਹਿਬ। ਜਿਹੜੇ ਦੂਜਾ ਤੁਸੀਂ 2 ਸ਼ਲੋਕ ਸੁਣੇ ਨੇ, ਉਹ ਆਸਾ ਕੀ ਵਾਰ ਦੇ ਪਹਿਲੇ 2 ਸ਼ਲੋਕ ਨੇ। ਤੇ ਗੁਰੂ ਦੀ ਇਹਦੇ 'ਚ ਮਹਾਨਤਾ ਦਰਸਾਏਗੀ ਕਿ ਤੁਹਾਨੂੰ ਗੁਰੂ ਚਾਹੀਦਾ ਹੀ ਕਿਉਂ ਹੈ। ਹੁਣ ਸਾਹਿਬ ਨੇ ਇੱਥੇ, ਅਸੀਂ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਸ਼ਲੋਕ ਤੋਂ ਮੰਨਾਂਗੇ, ਕਿਉਂਕਿ ਅਸੀਂ ਜੋ ਵੀ ਗੱਲ ਕਰਾਂਗੇ ਉਹ ਸਾਹਿਬ ਦੀ ਦਲੀਲ ਹੋਏਗੀ। ਇਨਸਾਨ ਦੀ ਮਤ ਤੇ ਉਹਦੀ ਦਲੀਲ ਉੱਚੀ ਹੋ ਸਕਦੀ ਹੈ, ਛੋਟੀ ਹੋ ਸਕਦੀ ਹੈ, ਪਰ ਗੁਰੂ ਦੀ ਦਲੀਲ ਅਕੱਟ ਹੈ। ਔਰ ਅੱਜ ਤੱਕ ਆਪ ਜੀ ਨੂੰ ਵੀ ਪਤਾ ਹੋਏਗਾ, ਸਾਡੇ ਸਰੋਤਿਆਂ ਨੂੰ ਵੀ ਪਤਾ ਹੋਏਗਾ, ਗੁਰੂ ਨਾਨਕ ਪਾਤਸ਼ਾਹ ਜੀ ਤੇ ਗੁਰਬਾਣੀ, ਗੁਰੂ ਨਾਨਕ ਪਾਤਸ਼ਾਹ ਜੀ ਇਹਨੂੰ ਆਪਣੀ ਬਾਣੀ ਕਹਿੰਦੇ ਹੀ ਨਹੀਂ ਨੇ। ਪਹਿਲੀ ਗੱਲ ਉਹ ਕਹਿੰਦੇ ਧੁਰ ਕੀ ਬਾਣੀ ਆਈ, ਜਿਨ ਸਗਲੀ ਚਿੰਤ ਮਿਟਾਈ। ਉਹ ਕਹਿੰਦੇ ਨੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਂ ਸੜਾ ਕਰੀ ਗਿਆਨ ਵੇਲਾ ਲੋ। ਉਹ ਕਹਿੰਦੇ ਨਹੀਂ ਨੇ ਮੇਰੀ। ਉਹ ਫਿਰ ਕਹਿੰਦੇ ਆ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਰੰਗ ਰੰਗੀ ਕਰਤਾਰੀ ਰੇ। ਉਹ ਫਿਰ ਕਹਿੰਦੇ ਆ ਇਹ ਅੰਮ੍ਰਿਤ ਬਾਣੀ ਮੇਰੀ ਨਹੀਂ ਹੈ, ਉਹਦੀ ਹੈ। ਤੇ ਇਸ ਕਰਕੇ ਸਾਨੂੰ ਪਹਿਲਾਂ ਹੀ ਇਹ ਮੰਨਣਾ ਪਏਗਾ, ਜੇ ਆਪਾਂ ਸਿੱਖ ਹਾਂ, ਜੇ ਅਸੀਂ ਗੁਰਬਾਣੀ ਨੂੰ ਮੱਥਾ ਟੇਕਦੇ ਹਾਂ, ਕਿ ਇਹ ਰੱਬ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤੇ ਸਜੇਵੜ ਅਵਰ ਨਾ ਕੋਏ। ਜੇ ਤੁਸੀਂ ਇੱਥੇ ਟਿਕਾਓਗੇ ਮਨ ਨੂੰ, ਤੇ ਗੁਰੂ ਦੀ ਸਮਝ ਪਏਗੀ। ਜੇ ਇੱਥੇ ਟਿਕਾਓਗੇ ਤਾਂ ਰੱਬ ਨਾਲ ਮਿਲਾਪ ਹੋਏਗਾ। ਜੇ ਇੱਥੇ ਟਿਕਾਓਗੇ ਤਾਂ ਸ਼ਬਦ ਦਾ ਰਸ ਆਏਗਾ। ਸੋ ਇਹਦੀ ਪਹਿਲੀ ਸ਼ਰਤ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣਾ ਹੁੰਦਾ ਹੈ, ਕਿ ਮੈਂ ਆਪਣਾ ਸਿਰ ਤੈਨੂੰ ਦੇ ਦਿੱਤਾ, ਵੇਚਤਾ, ਕਿ ਮੇਰੀ ਆਪਣੀ ਸਿਆਣਪ ਗਲਤ ਹੈ, ਗੁਰੂ ਦੀ ਸਿਆਣਪ ਠੀਕ ਹੈ। ਇੱਕ ਹੋਰ ਚੀਜ਼ ਹੈ ਗੁਰੂ ਨੂੰ ਸਮਝਣ ਲਈ, ਉਹ ਇਹ ਹੈ ਕਿ ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ। ਉਹਨੂੰ ਕੁਛ ਨਹੀਂ ਮਿਲੇਗਾ ਜਿਹੜਾ ਆਪਣੇ ਗੁਰੂ ਨੂੰ ਹੀ ਕਿੰਤੂ ਕਰੀ ਜਾਂਦਾ ਹੈ। ਕਿੰਤੂ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਰਿਸਰਚ ਵਿੱਚ ਸਵਾਲ ਜਵਾਬ ਨਹੀਂ ਪੁੱਛਣੇ, ਜਾਂ ਆਪਣੇ ਮਨ ਦੇ ਜਿਹੜੇ ਸਾਡੇ ਭੁਲੇਖੇ ਉਹਨਾਂ ਦੇ ਸਵਾਲ ਨਹੀਂ ਪੁੱਛਣੇ, ਪਰ ਇਹ ਸੋਚਣਾ
ਕਿ ਗੁਰੂ ਨੇ ਹੁਣ ਆ ਕਿਉਂ ਕੀਤਾ, ਹੁਣ ਇਹਨਾਂ ਚੀਜ਼ਾਂ ਦੀ ਕਿਹੜੀ ਲੋੜ ਹੈ, ਇਹ ਇਦਾਂ ਬਹੁਤ ਚੱਲਦਾ ਇਹ ਜਿਹੜੀ ਚਰਚਾ। ਸੋ ਗੁਰੂ ਸਾਹਿਬ ਮੌਜੂਦਾ ਦੌਰ ਦੇ ਵਿੱਚ ਕਾਫੀ ਇਦਾਂ ਦੇ ਕਈਆਂ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਨੇ। ਚਲੋ ਆਪਾਂ ਆਪਣਾ ਮਜ਼ਮੂਨ ਉਹ ਨਹੀਂ ਹੈਗਾ। ਜੀ ਜੀ ਹਾਂ ਬਿਲਕੁਲ। ਪਰ ਉਹ ਬੱਚਿਆਂ ਦੇ ਵੀ ਖਦਸ਼ੇ ਨਾਲ ਦੂਰ ਹੋਣਗੇ, ਸਾਡੇ ਵੀਰਾਂ ਭੈਣਾਂ ਦੇ ਵੀ ਦੂਰ ਹੋਣਗੇ ਕਿ ਜਦੋਂ ਤੁਸੀਂ ਇੱਕ ਗੁਰੂ ਧਾਰਨ ਕਰਨਾ ਹੈ ਲਾਈਫ 'ਚ। ਕਿਉਂਕਿ ਉੱਥੋਂ ਮੈਂ ਪਹਿਲਾਂ ਸ਼ੁਰੂ ਕਰ ਲਵਾਂ ਕਿ ਸਾਡਾ ਵਜੂਦ ਜਾਂ ਸਾਡੀ ਲਾਈਫ ਜਾਂ ਸਾਡੀ ਫਾਰਮ ਕੱਲੀ ਫਿਜ਼ੀਕਲ ਨਹੀਂ ਹੈ। ਹੁਣ ਅੱਖਾਂ ਦੇਖ ਲਿਆ, ਮੂੰਹ ਦੇਖ ਲਿਆ, ਇਹ ਹੱਥ ਪੈਰੇ ਅੰਗ ਪੱਖ, ਇਹ ਰੂਹ ਦੇ ਰਹਿਣ ਦਾ ਘਰ ਹੈ। ਇਹਨੂੰ ਕਹਿੰਦੇ ਪ੍ਰਭ ਹਰਮੰਦਰ ਸਾਜਿਆ। ਸਰੀਰ ਨੂੰ ਹਰਮੰਦਰ ਵੀ ਕਿਹਾ ਹੈ, ਸਰੀਰ ਨੂੰ ਖੇਤ ਵੀ ਕਿਹਾ, ਬੜੀਆਂ ਤਸ਼ਬੀਹਾਂ ਦੇ ਪਿੰਡ ਵੀ ਕਿਹਾ ਹੈ, ਇਹਨੂੰ ਕਈ ਕੁਝ ਕਿਹਾ ਹੈ। ਪਰ ਇਹ ਕਿਹਦੇ ਲਈ ਹੈ? ਇਹਦੇ ਅੰਦਰ ਪਰਮਾਤਮ ਦੀ ਅੰਸ਼ ਹੈ, ਉਹ ਹੈ ਰੱਬ ਦਾ ਨੂਰ ਹੈ ਜੋ ਤੁਹਾਡੀਆਂ ਅੱਖਾਂ ਚੋਂ, ਤੁਹਾਡੇ ਬੋਲਾਂ ਚੋਂ, ਜੋ ਬ੍ਰਹਮੰਡੇ ਸੋਈ ਪਿੰਡੇ, ਹਾਂ ਉਹ ਹਰਕਤ ਤੁਹਾਡੀ ਜਿਹੜੀ ਅੰਦਰ ਚੱਲ ਰਹੀ ਹੈ, ਉਹਦੀ ਜਿਹੜੀ ਤਾਕਤ ਹੈ ਨਾ, ਉਸ ਅੰਸ਼ ਦੀ ਜੀਵ ਜਿਹਨੂੰ ਅਸੀਂ ਜੀਵਾਤਮਾ ਕਹਿੰਦੇ ਆ, ਇਹ ਉਹਦੇ ਨਾਲ ਚੱਲ ਰਹੀ ਹੈ। ਹੁਣ ਉਹਦੇ ਵਿੱਚ ਸਾਡਾ ਇੱਕ ਫਿਜ਼ੀਕਲ ਸਰੀਰ ਹੈ, ਇੱਕ ਸਾਡੇ ਮਨ ਦਾ ਸਰੀਰ ਹੈ, ਇੱਕ ਸਾਡੀ ਰੂਹ ਦਾ ਸਰੀਰ, ਤਿੰਨ ਨੇ। ਅੰਦਰ ਦੀ ਦੁਨੀਆ ਨੂੰ ਸਮਝਣਾ ਲਾਜ਼ਮੀ ਹੈ ਜੇ ਬਾਹਰ ਦੀ ਦੁਨੀਆ ਸਹੀ ਕਰਨੀ ਹੈ। ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਇਹ ਜਿਹੜਾ ਸਫ਼ਰ ਹੈ ਬੀਬੀ ਜਸਬੀਰ ਕੌਰ ਹੋਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਗੱਲਬਾਤ ਕਰਦੇ ਹੋਏ, ਸ਼ਬਦ ਦੀ ਗੱਲਬਾਤ ਕਰਦੇ ਹੋਏ, ਇਹ ਹੌਲੀ ਹੌਲੀ ਅਸੀਂ ਮੌਤ ਤੱਕ, ਸੁਪਨ ਸੰਸਾਰ ਤੱਕ, ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਥਾਂ ਪਾਵਾਂਗੇ, ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਜੋ ਗੁਰੂ ਸਾਹਿਬ ਨੇ ਫਰਮਾਇਆ। ਤੇ ਇਹ ਬਹੁਤ ਦਿਲਚਸਪ ਸਫ਼ਰ ਸ਼ੁਰੂ ਹੋਣ ਵਾਲਾ ਹੈ ਸਾਡਾ, ਤੇ ਇਹ ਤੁਸੀਂ ਵੱਧ ਤੋਂ ਵੱਧ ਅੱਗੇ ਵੀ ਸ਼ੇਅਰ ਕਰਨਾ, ਇਸ ਗੱਲਬਾਤ ਨਾਲ ਜੁੜਨਾ ਵੀ। ਹਾਂਜੀ, ਆਪਾਂ ਸ਼ਬਦ ਤੇ ਸ਼ਬਦ ਗੁਰੂ ਦੀ ਗੱਲਬਾਤ ਤੁਸੀਂ ਕਰਦੇ ਸੀ। ਹੁਣ ਅਸੀਂ ਗੁਰੂ ਦੀ ਜਿਹੜੀ ਸਮਝ ਸਕਿਆ, ਜਿਹੜੀ ਅਸੀਂ ਡੈਫੀਨੇਸ਼ਨਸ ਦੋ ਮੇਨ ਸਮਝੀਆਂ, ਬਹੁਤ ਕੁਝ ਹੈ ਗੁਰੂ ਦੇ ਬਾਰੇ, ਹਰ ਪੰਨੇ ਤੇ ਲਿਖਿਆ ਹੋਇਆ, ਹਰ ਇੱਕ ਪੰਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਦੀ ਮਹਿਮਾ ਹੈ। ਤੇ ਸਾਹਿਬ ਜੀ ਨੇ ਲਿਖਿਆ, ਜਦੋਂ ਆਸਾ ਕੀ ਵਾਰ ਦਾ ਮੈਂ ਕਿਉਂ ਲਿਆ ਇਹ ਸ਼ਬਦ, ਕਿਉਂਕਿ ਸਿੱਖਾਂ ਨੂੰ ਇਹ ਹੁਕਮ ਹੈ ਕਿ ਹਰ ਰੋਜ਼ ਸਵੇਰੇ ਆਪਾਂ ਆਸਾ ਕੀ ਵਾਰ ਸੁਣਨੀ ਹੈ। ਉਹ ਵੱਖਰੀ ਗੱਲ ਹੈ ਆਪਾਂ ਸੁਣਦੇ ਹਾਂ ਕਿ ਨਹੀਂ, ਦੈਟ ਇਜ਼ ਯੋਰ ਚੋਇਸ, ਕਿਉਂਕਿ ਗੁਰੂ ਨੇ ਤੁਹਾਡੇ ਤੇ ਕੋਈ ਕੰਪਲਸ਼ਨ ਨਹੀਂ ਲਾਣੀ। ਉਹ ਕਹਿੰਦਾ ਜੇ ਤੂੰ ਕੁਝ ਖੱਟਣਾ ਹੈ ਤਾਂ ਭਾਈ ਕਰ ਲਾ। ਜਿਵੇਂ ਅਸੀਂ ਕਮਾਈ ਕਰਨੀ ਹੈ, ਉੱਠਣਾ ਪਏਗਾ ਸਵੇਰੇ, ਕੰਮ ਤੇ ਜਾਣਾ ਪਏਗਾ, ਮਿਹਨਤ ਕਰਨੀ ਪਏਗੀ, ਤਾਂ ਸਾਡੇ ਘਰ 'ਚ ਰੌਣਕ ਹੋਏਗੀ। ਜਿਵੇਂ ਆਪਾਂ ਕਲਾਸ ਦੇ ਵਿੱਚ ਲੇਟ ਹੋ ਜਾਂਦੇ, ਕਈ ਵਾਰੀ ਜੁਰਮਾਨਾ ਲਾ ਦਿੰਦਾ ਟੀਚਰ ਸਾਨੂੰ। ਹਾਂਜੀ, ਤੇ ਇਹ ਜੁਰਮਾਨਾ ਦਿਸਦਾ ਨਹੀਂ, ਇਹ ਜੁਰਮਾਨਾ ਹੋਰ ਤਰ੍ਹਾਂ ਪੇ ਕਰਨਾ ਪੈਂਦਾ। ਲੱਗਦਾ ਹੈ, ਪਰ ਲੱਗਦਾ ਹੈ ਜੁਰਮਾਨਾ ਜ਼ਰੂਰ ਲੱਗਦਾ ਹੈ, ਔਰ ਉਹ ਲਿਖਿਆ ਜਾ ਰਿਹਾ ਹਿਸਾਬ। ਇਹ ਕੋਈ ਮੰਨੇ ਜਾਂ ਨਾ, ਉਹਦੀ ਮਰਜ਼ੀ ਹੈ, ਖੁੱਲ੍ਹ ਆਪਣੀ ਹੈ। ਤੇ ਸਾਹਿਬ ਕਹਿੰਦੇ ਵੀ ਮੈਂ ਤੇ ਆਪਣੇ ਗੁਰੂ ਤੋਂ ਬਲਿਹਾਰੀ ਜਾਣਾ, ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ। ਦਿਹਾੜੀ ਮਤਲਬ ਦਿਹਾੜੀ 'ਚ ਮੈਂ 100 ਵਾਰੀ ਉਹਦੇ ਤੋਂ ਬਲਿਹਾਰੀ ਜਾਣਾ, ਇੰਨਾ ਮੇਰੇ ਗੁਰੂ ਨੇ ਮੇਰੇ ਤੇ ਰਹਿਮਤ ਕੀਤੀ ਹੈ। ਜਿਨ ਮਾਨਸ ਤੇ ਕਿਉਂ ਕੀਤੀ ਹੈ, ਦੇਖੋ ਉਹਦਾ ਨਾਲ ਨਾਲ ਐਗਜ਼ਾਮਪਲ ਦਿੰਦੇ ਸਾਹਿਬ। ਪਹਿਲਾਂ ਕੰਡੀਸ਼ਨ ਹੈ, ਫਿਰ ਉਹਦਾ ਆਨਸਰ ਹੈ। ਉਹ ਕਹਿੰਦੇ ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲੱਗੀ ਵਾਰ। ਵਾਰ ਮਤਲਬ ਡਿਲੇ ਨਹੀਂ ਕੀਤਾ ਉਹਨੇ। ਜਦੋਂ ਮੈਂ ਉਹਦੇ ਨਾਲ ਜੁੜਿਆ, ਮੈਨੂੰ ਉਹਨੇ ਆਮ ਮਨੁੱਖ ਤੋਂ ਦੇਵਤੇ ਬਣਾਤਾ। ਦੇਵਤੇ ਦਾ ਮਤਲਬ ਕੋਈ ਖਾਸ ਨਹੀਂ ਹੁੰਦੇ ਵੀ ਸਵਰਗਾਂ ਤੇ ਰਹਿੰਦੇ ਆ ਤੇ ਥੱਲੇ ਨਹੀਂ ਆਉਂਦੇ ਤੇ ਆ ਨਹੀਂ ਕਰਦੇ, ਜੋ ਕੁਝ ਅਸੀਂ ਸੁਣਦੇ ਆ ਉਹ ਨਹੀਂ ਹੈ। ਦੇਵਤੇ ਦਾ ਮਤਲਬ ਜਿਹਦੇ ਅੰਦਰ ਰੂਹਾਨੀ ਨੂਰ ਪੈਦਾ ਹੋ ਜਾਏਗਾ, ਜਿਹਦੇ ਅੰਦਰ ਸਦਗੁਣ ਪੈਦਾ ਹੋ ਜਾਣਗੇ, ਜਿਹਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਸ਼ੋਰ ਘਟ ਜਾਏਗਾ, ਜਿਹਦੇ ਅੰਦਰ ਸਤ, ਸੰਤੋਖ, ਦਇਆ, ਧਰਮ ਤੇ ਧੀਰਜ ਪਹਿਰਾ ਦੇ ਦੇਣਗੇ। ਦਇਆ ਵਾਲੇ ਹੋ ਜਾਓਗੇ, ਸਤਪੁਰਖ ਹੋ ਜਾਓਗੇ, ਤੁਸੀਂ ਧੀਰਜ ਵਾਲੇ ਪੇਸ਼ੈਂਟ ਹੋ ਜਾਓਗੇ, ਮਿੱਠੀ ਜ਼ੁਬਾਨ ਹੋ ਜਾਏਗੀ, ਅੱਖਾਂ 'ਚ ਨੂਰ ਹੋਏਗਾ, ਗਲਾਂਸਿਸ ਤੁਹਾਡੇ ਸੌਫਟ ਹੋਣਗੇ। ਇਹ ਗੁਣ ਭਰੇਗਾ ਗੁਰੂ ਤੁਹਾਡੇ ਅੰਦਰ ਜਦੋਂ ਤੁਸੀਂ ਖੋਲੋਗੇ ਹਿਰਦਾ ਵੀ ਆ। ਉਹ ਕਹਿੰਦੇ ਨਾ, ਆਓ ਜੀ ਤੂੰ ਆਓ ਹਮਾਰੇ ਹਰ ਜਸ ਸ਼ਰਵਣ ਸੁਨਾਵਨਾ, ਤੂੰ ਦਾਵਤ ਮੇਰਾ ਹਰ ਮਨ ਤਨ ਹਰਿਆ, ਹਰ ਜਸ ਤੁਮ ਸੰਗਾਵਨਾ। ਤੇ ਇਹ ਇਸ ਕਾਰ ਚਲਾਉਂਦਾ ਹੈ ਗੁਰੂ ਤੁਹਾਨੂੰ, ਔਰ ਉਹਦੇ 'ਚ ਤੁਹਾਡੀ ਹੈਲਪ ਕਰਦਾ ਹੈ। ਇਹ ਤੁਹਾਨੂੰ ਕਿਸੇ ਯੂਨੀਵਰਸਿਟੀ 'ਚ ਨਹੀਂ ਮਿਲੇਗਾ, ਇਹ ਗੁਰਦੁਆਰੇ ਮਿਲੇਗਾ। ਗੁਰਦੁਆਰਾ, ਗੁਰੂਦੁਆਰੇ ਹੋਏ ਸੋਝੀ ਪਾਈ ਸੀ। ਅੱਗੋਂ ਫਿਰ ਸਾਹਿਬ ਕਹਿੰਦੇ ਕਿ ਬੇਸ਼ੱਕ ਦੁਨੀਆ ਦੇ ਅੰਦਰ ਹੁਣ ਹਜ਼ਾਰਾਂ ਹੀ ਚਾਨਣ ਨੇ, ਅਮਰੀਕਾ ਸਾਡਾ ਜਗਮਗਾਉਂਦਾ ਹੈ ਨਾ, ਰਾਤ ਦਿਨ ਜਗਮਗਾਉਂਦਾ ਹੀ ਰਹਿੰਦਾ, ਇੱਥੇ ਤੇ ਚਾਨਣ ਹੀ ਇੰਨਾ ਹੈ। ਪਰ ਸਾਹਿਬ ਨੇ ਕੀ ਕਿਹਾ, ਕਹਿੰਦੇ ਜੇ 100 ਚੰਦਾ ਉਗਵੇ, ਇੱਕ ਚੰਦ ਨਹੀਂ 100 ਚੰਦ ਉਗ ਜਾਣ, ਮਤਲਬ ਉਹਨਾਂ ਦਾ ਚਾਨਣ ਹੋਵੇ। ਸੂਰਜ ਚੜੇ ਹਜ਼ਾਰ, ਹਜ਼ਾਰਾਂ ਹੀ ਸੂਰਜ ਚੜ ਜਾਣ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਬਿਲਕੁਲ, ਇਹ ਚਾਨਣ ਤੇਰੇ ਅੰਦਰ ਨਹੀਂ ਵੜਨਾ, ਸੂਰਜਾਂ ਤੇ ਚੰਦਨ। ਇੱਕ ਚੀਜ਼ ਮੈਂ ਇੱਥੇ ਹੋਰ, ਕਿਉਂਕਿ ਗੁਰਬਾਣੀ ਦੇ ਨਾ ਗਹਿਰੇ ਮੀਨਿੰਗ ਵੀ ਹੁੰਦੇ, ਹਾਂਜੀ,
ਬਾਹਰ ਤੇ ਮਹਾਰਾਜ ਨੇ ਇੱਕ ਐਗਜ਼ਾਮਪਲ ਲਈ ਜੋ ਸਾਨੂੰ ਦੀਦਾ ਸਾਡੀਆਂ ਅੱਖਾਂ ਨੂੰ। ਹੁਣ ਸੂਰਜ ਚੰਦ ਕੌਣ ਨੇ? ਉਹ ਵਿਦਵਾਨ ਵੀ ਨੇ, ਉਹ ਵੱਡੇ ਵੱਡੇ ਗ੍ਰੰਥੀ, ਪ੍ਰਚਾਰਕ, ਪੈਸਟਰ, ਮੌਲਵੀ, ਮੌਲਾਣੇ, ਬਾਹਮਣ, ਪੰਡਤ, ਉਹ ਸਾਰੇ ਮਹਾਰਾਜ ਉਹਨਾਂ ਨੂੰ ਕਹਿੰਦੇ ਤੁਸੀਂ ਸੂਰਜ ਵਾਂਗੂ ਦੁਨੀਆ ਨੂੰ ਲੱਗ ਰਿਹਾ, ਤੁਹਾਨੂੰ ਬਹੁਤ ਕੁਝ ਆਉਂਦਾ ਹੈ। ਹੁਣ ਮੈਨੂੰ ਵੀ ਚਲੋ ਸਾਨੂੰ ਬੋਲਣਾ ਦੇਤਾ ਰੱਬ ਨੇ। ਇਟ ਡਜ਼ਨਟ ਮੀਨ ਕਿ ਸਾਡੇ ਅੰਦਰ ਹਨੇਰਾ ਨਹੀਂ ਹੈ। ਹਨੇਰਾ ਜਿਹੜਾ ਕਿੱਦਾਂ ਪਰਖ ਹੋਏਗੀ? ਮੇਰੇ ਕੰਮਾਂ ਤੋਂ, ਬੋਲਾਂ ਤੋਂ, ਵਿਵਹਾਰ ਤੋਂ, ਜੀਵਨ ਦੀ ਸ਼ੈਲੀ ਤੋਂ, ਲੋਕਾਂ ਨਾਲ ਕਿੱਦਾਂ ਮਿਲਵਰਤਨ ਹੈ, ਭਾਵੇਂ ਉਹ ਮੇਰੇ ਵਰਗੇ ਹਨ ਕਿ ਨਹੀਂ, ਉਹਨਾਂ ਨਾਲ ਵੀ ਸਾਡਾ ਬੋਲ ਚਾਲ ਵਿਵਹਾਰ ਕਿਹੋ ਜਿਹਾ। ਸਾਹਿਬ ਕਹਿੰਦੇ ਨੇ ਜੇ ਉਹ ਹਜ਼ਾਰਾਂ ਵਾਰੀ ਵੀ ਸੂਰਜ ਚੰਦ ਵਰਗੇ ਚਮਕ ਜਾਣ ਬਾਹਰ, ਵੱਡੇ ਵੱਡੇ ਡਾਕਟਰ ਬਣ ਜਾਣ, CEO ਬਣ ਜਾਣ, ਪਤਾ ਨਹੀਂ ਕਿਹੜੇ ਖੁਦਾ ਬਣ ਜਾਣ, ਪਰ ਹਨੇਰਾ ਨਹੀਂ ਪਤਾ ਵੀ ਅੰਦਰੋਂ ਮਿਟਿਆ ਕਿ ਨਹੀਂ। ਹਨੇਰਾ ਉਸੇ ਦਾ ਮਿਟਦਾ ਹੈ ਜਿਹਦੇ ਕੋਲ ਗੁਰੂ ਹੈ, ਔਰ ਗੁਰੂ ਤੇ ਬੜਾ ਮਾਣ ਹੈ। ਸਿੱਖ ਨੂੰ ਤੇ ਆਪ ਜੀ ਹੈਰਾਨ ਹੋ ਜਾਓਗੇ, ਸਾਹਿਬ ਦੀ ਬਾਣੀ 'ਚ ਵੀ ਦਰਜ ਹੈ, ਸਿੱਖ ਗੁਰੂ, ਗੁਰੂ ਸਿੱਖ ਹੈ, ਏਕੋ ਗੁਰੂ ਉਪਦੇਸ਼ ਚਲਾਏ। ਜੀ ਜਦੋਂ ਸਿੱਖ ਆਪਣੀ ਗੱਲ ਛੱਡ ਕੇ ਗੁਰੂ ਦੀ ਹੀ ਗੱਲ ਕਰਦਾ ਹੈ ਤੇ ਉਹ ਗੁਰੂ ਰੂਪ ਹੀ ਹੋ ਜਾਂਦਾ ਹੈ। ਉਹਨੂੰ ਦੁਨੀਆ ਖੁਦ ਬਖੁਦ ਪਿਆਰ ਕਰਦੀ ਹੈ, ਖੁਦ ਬਖੁਦ ਉਹਦੇ ਨੇੜੇ ਆਉਂਦੇ ਨੇ, ਖੁਦ ਬਖੁਦ ਉਹਦੀ ਸੰਗਤ ਮਾਣਦੇ ਨੇ। ਤਾਂ ਕਰਕੇ ਸਾਨੂੰ ਸਾਧ ਸੰਗਤ ਦਾ ਵੀ ਹੁਕਮ ਹੈ। ਸੋ ਇਹ ਜੀ ਗੁਰੂ ਦੀ ਗੱਲ ਹੋਈ ਇਹਦੇ 'ਚ ਦੇਖੋ ਇੱਕ ਮਹਾਰਾਜ ਨੇ ਸ਼ਬਦ ਕਿਹਾ, ਨਿਗੋਰੇ ਕਾ ਹੈ ਨਾਉ ਬੁਰਾ। ਗੁਰੂ ਦੀ ਲੋੜ ਇੱਥੇ ਪੈਦਾ ਹੋ ਗਈ ਹੈ। ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਗੁਰੂ ਦੀ ਲੋੜ ਹਰ ਇੱਕ ਨੂੰ ਹੈ ਤੇ ਉਹਦੀ ਮਹੱਤਤਾ ਕੀ ਹੈ, ਲੋੜ ਦੀ ਮਹੱਤਤਾ ਕੀ ਹੈ? ਹਾਂਜੀ, ਇਹ ਦੇਖੋ ਇੱਕ ਛੋਟੀ ਜਿਹੀ ਆਪਾਂ ਸਾਖੀ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦੇ ਜੀਵਨ ਤੋਂ ਲਵਾਂਗੇ ਤਾਂ ਕਿ ਸਾਡਾ ਸੌਖਾ ਹੋ ਜਾਵੇ। ਹਾਂਜੀ, ਗੁਰੂ ਅਮਰਦਾਸ ਮਹਾਰਾਜ ਗੁਰੂ ਬਣੇ ਨੇ ਪਿਛਲੀ ਉਮਰੇ ਜਾ ਕੇ, ਤੇ ਸ਼ਾਇਦ ਸਾਰੇ ਸਾਡੇ ਸਰੋਤਿਆਂ ਨੂੰ ਬੜਿਆਂ ਨੂੰ ਪਤਾ ਵੀ ਹੋਵੇ, ਲੰਮੇਰੀ ਉਮਰ ਦੇ ਵਿੱਚ। ਹਾਂਜੀ, ਤੇ ਗੁਰੂ ਅਮਰਦਾਸ ਜੀ ਗੋਇੰਦਵਾਲ ਉਦੋਂ ਨਹੀਂ ਸੀ ਰਹਿੰਦੇ, ਗੋਇੰਦਵਾਲ ਦੇ ਕਿਸੇ ਹਿੱਸੇ 'ਚ ਰਹਿੰਦੇ ਸੀਗੇ। ਉਦੋਂ ਉਹਨਾਂ ਨੇ ਗੋਇੰਦਵਾਲ ਨਹੀਂ ਸੀ ਵਸਾਇਆ, ਕਿਉਂਕਿ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਸਾਇਆ। ਹਾਂਜੀ, ਤੇ ਖਡੂਰ ਵਿੱਚ ਗੁਰੂ ਅੰਗਦ ਪਾਤਸ਼ਾਹ ਜੀ ਨੇ, ਖਡੂਰ ਗੁਰੂ ਅੰਗਦ ਪਾਤਸ਼ਾਹ ਜੀ ਨੇ ਵਸਾਇਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ। ਤੇ ਸਿੱਖੋ, ਮੈਨੂੰ ਤੁਹਾਡੀ ਇੱਕੋ ਹੀ ਤੁਹਾਡੇ ਸਾਹਮਣੇ ਬੇਨਤੀ ਹੈ ਵੀ ਇੱਦਾਂ ਦੇ ਨਗਰ ਵਸਾਓ, ਅਮਰੀਕਾ 'ਚ ਵਸਾਓ, ਭਾਵੇਂ ਸਵਿਟਜ਼ਰਲੈਂਡ ਵਸਾਓ, ਭਾਵੇਂ ਜਰਮਨੀ ਵਸਾਓ, ਜਿੱਥੇ ਸਿੱਖਾਂ ਦਾ ਪਹਿਰਾ ਹੋਵੇ, ਜਿੱਥੇ ਤੁਹਾਡਾ ਕਲਚਰ ਪ੍ਰਫੁੱਲਤ ਹੋਵੇ। ਤੁਹਾਡਾ ਕਲਚਰ ਪੰਜਾਬੀ ਕਲਚਰ ਨਹੀਂ ਹੈ। ਹਾਂ, ਪੰਜਾਬ ਦੀਆਂ ਕੁਝ ਰਵਾਇਤਾਂ ਸਾਡੇ ਕਲਚਰ 'ਚ ਜ਼ਰੂਰ ਨੇ, ਕਿਉਂਕਿ ਉਹ ਸਾਡੀ ਪਵਿੱਤਰ ਭੂਮੀ ਹੈ, ਉਹ ਸਾਡਾ ਹੋਲੀ ਲੈਂਡ ਹੈ, ਉਹ ਸਾਡਾ ਤੀਰਥ ਹੈ, ਕਿਉਂਕਿ ਉੱਥੇ ਸਾਡੇ ਗੁਰੂਆਂ ਦਾ, ਸਾਡੇ ਸਾਹਿਬਜ਼ਾਦਿਆਂ ਦਾ, ਸਾਡੇ ਸਿੰਘਾਂ ਦਾ ਖੂਨ ਸਦੀਆਂ ਤੱਕ ਡੁੱਲਾ ਹੈ। ਉਹ ਖਸਲਤ ਹੈ ਉਸ ਮਿੱਟੀ 'ਚ। ਤੇ ਬਾਹਰ ਜਿੱਦਾਂ ਮਹਾਰਾਜ ਨੇ ਨਗਰ ਵਸਾਏ ਨੇ, ਆਪਾਂ ਵੀ ਵਸਾਈਏ ਤਾਂ ਕਿ ਦੱਸੀਏ ਕਿ ਖਾਲਸਾ ਮਾਡਲ, ਸਿੱਖੀ ਮਾਡਲ ਕੀ ਹੈ ਔਰ ਕਿੰਨਾ ਮਿੱਠਾ ਹੈ, ਕਿੰਨਾ ਇਹ ਕੋਐਗਜ਼ਿਸਟੈਂਸ ਵਾਲਾ ਹੈ, ਕਿੱਦਾਂ ਆਪਣੀ ਬੁੱਕਲ ਵਿੱਚ ਹਰੇਕ ਨੂੰ ਲੈਂਦਾ ਹੈ, ਪਨਾਹ ਦਿੰਦਾ ਹੈ, ਕਿੱਦਾਂ ਔਰਤ ਉਹਦੇ 'ਚ ਮਹਾਰਾਣੀ ਦੀ ਤਰ੍ਹਾਂ ਜਿਉਂਦੀ ਹੈ, ਕਿਸ ਤਰ੍ਹਾਂ ਉਸ ਦੀ ਅਜ਼ਮਤ ਤੇ ਇੱਜ਼ਤ ਕੀਤੀ ਜਾਂਦੀ ਹੈ, ਉਹਨੂੰ ਕਿਹੜੀ ਨਜ਼ਰ ਨਾਲ ਦੇਖਿਆ ਜਾਂਦਾ, ਉਹਨੂੰ ਸਿਰਫ ਇੱਕ ਮਨ ਪਰਚਾਉਣ ਦੀ ਇੱਕ ਪੁਤਲੀ ਨਹੀਂ ਦੇਖਿਆ ਜਾਂਦਾ, ਉਹਨੂੰ ਖਾਲਸੇ ਦੀ ਮਾਂ ਰੂਪ ਸ਼ੀਣੀ ਦੇਖਿਆ ਜਾਂਦਾ ਹੈ, ਜਿਹੜੀ ਬਹਾਦਰ ਖਾਲਸਿਆਂ ਨੂੰ ਜਨਮ ਦਿੰਦੀ ਹੈ। ਜਿੱਦਾਂ ਮਾਤਾ ਗੁਜਰ ਕੌਰ ਜੀ, ਮਾਤਾ ਖੀਵੀ ਜੀ, ਜਿਨ੍ਹਾਂ ਦਾ ਨਾਂ ਹੈ ਗੁਰੂ ਗ੍ਰੰਥ ਸਾਹਿਬ 'ਚ ਮਾਤਾ ਖੀਵੀ ਜੀ ਦਾ। ਸੋ ਆਪਾਂ ਗੁਰੂ ਅਮਰਦਾਸ ਜੀ ਤੇ ਆਈਏ। ਗੁਰੂ ਅਮਰਦਾਸ ਜੀ 22 ਸਾਲ ਹਰਿਦੁਆਰ ਜਾਂਦੇ ਰਹੇ। ਉਹ ਬੜੇ ਤਕੜੇ ਵਪਾਰੀ ਸਨ, ਬਹੁਤ ਅਮੀਰ ਸਨ। ਹੁਣ ਸਾਡੀ ਤਾਂ ਉਹਨਾਂ ਨੇ ਹਿਸਟਰੀ ਵੀ ਪਤਾ ਨਹੀਂ ਕੀ ਬਣਾਤੀ ਹੈ ਨਾ, ਐਵੇਂ ਕੋਈ ਜਿੱਦਾਂ ਰੁਲੇ ਖੁਲੇ ਹੁੰਦੇ ਸੀ। ਪਰ ਗੁਰੂ ਅਮਰਦਾਸ ਜੀ ਬਹੁਤ ਤਕੜੇ ਕੱਪੜੇ ਦੇ ਵਪਾਰੀ ਸਨ ਉਸ ਇਲਾਕੇ ਦੇ, ਤੇ ਉਹਨਾਂ ਨੂੰ ਬੜਾ ਸ਼ੌਕ ਹੁੰਦਾ ਸੀ ਵੀ ਮੈਂ ਦਾਨ ਪੁੰਨ ਕਰਨਾ, ਜੋ ਉਹਨਾਂ ਨੂੰ ਪਿੱਛੇ ਜੋ ਕਲਚਰ 'ਚ ਹੁੰਦਾ। ਤੇ ਉਹ 22 ਵਾਰੀ ਹਰਿਦੁਆਰ ਗਏ, ਉੱਥੇ ਪੰਡਿਆਂ ਨੂੰ ਭੋਜਨ ਛਕਾਉਣਾ। 22 ਵਰੇ ਜਾਂਦੇ ਰਹੇ। ਹਰ 6 ਉੱਥੇ 6-7 ਮਹੀਨੇ ਤਾਂ ਉਦਾਂ ਹੀ ਲੱਗ ਜਾਂਦੇ ਸੀ ਜਾਣ ਨੂੰ, ਕਿਉਂਕਿ ਉਦੋਂ ਕਿਹੜੀਆਂ ਗੱਡੀਆਂ ਰੇਲਾਂ ਸੀ। ਤੇ ਉੱਥੇ ਜਾਣਾ, ਉੱਥੇ ਸਾਰੇ ਉਹਨਾਂ ਨੇ ਉਹ ਲਾਣੇ, ਪੰਡਤ ਜਿਹੜੇ ਉੱਥੇ ਹੁੰਦੇ ਸੀ ਉਹਨਾਂ ਨੂੰ ਖਾਣੇ ਖੁਣੇ ਦੇਣੇ, ਜੋ ਵੀ ਦੇਣਾ, ਤੇ ਮੁੜਾਉਣਾ। ਤੇ ਇੱਕ ਵਾਰੀ ਉਹ ਮੁੜ ਕੇ ਆ ਰਹੇ ਸੀ ਤੇ ਰਾਹ 'ਚ ਬੈਠੇ ਕਿਤੇ ਵਿਸ਼ਰਾਮ ਕਰ ਰਹੇ ਹੋਣੇ ਆ, ਤੇ ਕੋਈ ਲਾਗੇ ਹੈਗਾ ਸੀ ਗੁਰੂ ਕਾ ਪਿਆਰਾ, ਕੋਈ ਏਦਾਂ ਦਾ ਰੂਹਾਨੀ ਪੁਰਸ਼। ਤੇ ਉਹਨੇ ਪੁੱਛਿਆ ਵੀ ਪੁਰਖਾ ਤੇਰਾ ਗੁਰੂ ਕੌਣ ਹੈ? ਉਹਨਾਂ ਦਾ ਤਾਂ ਗੁਰੂ ਹੈ ਹੀ ਨਹੀਂ ਸੀ। ਉਹ ਕਹਿੰਦੇ ਵੀ ਮੇਰਾ ਗੁਰੂ ਤੇ ਨਹੀਂ ਹੈ। ਉਹ ਕਹਿੰਦੇ ਤੇਰੇ ਨਾਲ ਨਾ ਤਾਂ ਰੋਟੀ ਖਾਣੀ, ਨਾ ਤੇਰੇ ਦਰਸ਼ਨ ਕਰਨੇ ਆ, ਬਸ ਨਿਗੁਰੇ ਕਹੇ ਨਾਉ ਬੁਰਾ। ਸਾਹਿਬ ਨੂੰ ਬੜੀ ਠੇਸ ਲੱਗੀ। ਉਦੋਂ ਗੁਰੂ ਨਹੀਂ ਬਣੇ ਸੀ, ਉਦੋਂ ਬਾਬਾ ਅਮਰੂ ਹੀ ਕਹਿੰਦੇ ਸੀ ਲੋਕ। ਫਿਰ ਉਹ ਗਏ, ਜਦੋਂ ਘਰ ਗਏ ਤਾਂ ਬੀਬੀ ਅਮਰੂ ਜੀ, ਜਿਹੜੇ ਬੀਬੀ ਮਾਤਾ ਖੀਵੀ ਜੀ ਦੀ ਬੇਟੀ ਸੀਗੀ, ਗੁਰੂ ਅੰਗਦ ਦੇਵ ਜੀ ਦੀ ਬੇਟੀ,
ਉਹ ਉਹਨਾਂ ਦੇ ਭਰਾ ਦੀ ਨੂੰਹ ਸੀ, ਗੁਰੂ ਅਮਰਦਾਸ ਜੀ ਦੇ ਸਕੇ ਭਰਾ ਦੀ ਨੂੰਹ ਆਪਣੇ ਦੀ। ਜਦੋਂ ਗਏ ਤਾਂ ਸਵੇਰੇ ਹਲੇ, ਕਿਉਂਕਿ ਬੀਬੀ ਜੀ ਸਵੇਰੇ ਉੱਠ ਕੇ ਬਾਣੀ ਪੜ੍ਹਦੇ ਨੇ, ਪਿਤਾ ਗੁਰਦੇਵ ਦੀ ਬਾਣੀ, ਤੇ ਦੁੱਧ ਰਿੜਕਦੇ ਬਾਣੀ ਪੜ੍ਹਦੇ ਨੇ, ਤੇ ਸ਼ਬਦ ਜਿਹੜਾ ਸੀ ਉਹਨਾਂ ਦੀ ਮਾਨਸਿਕ ਅਵਸਥਾ ਨਾਲ ਬਿਲਕੁਲ ਮੇਲ ਖਾਂਦਾ ਸੀ। ਗੁਰੂ ਅਮਰਦਾਸ ਜੀ ਤੜਫ ਉੱਠੇ ਤੇ ਕਹਿੰਦੇ, ਮੈਨੂੰ ਤੁਸੀਂ ਕੀ ਪੜ੍ਹ ਰਹੇ ਹੋ? ਕਹਿੰਦੇ ਵੀ ਪਿਤਾ ਗੁਰਦੇਵ ਦੀ ਬਾਣੀ ਹੈ। ਕਹਿੰਦੇ ਫਿਰ ਮੈਨੂੰ ਉਹਦੇ ਕੋਲ ਲੈ ਜਾਓ, ਹੁਣ ਮੇਰਾ ਇਲਾਜ ਤੇ ਉੱਥੇ ਹੀ ਹੈ। ਵੇਖੋ ਇਹ ਰਹਿਮਤ ਕਰਦਾ ਨਾ, ਇਹ ਮੌਲਾ ਦੀ ਰਹਿਮਤ ਹੁੰਦੀ ਹੈ। ਅੱਲਾਹ ਕਹਿ ਲਓ, ਮੌਲਾ ਕਹਿ ਲਓ, ਰਾਮ ਕਹਿ ਲਓ। ਇੱਥੇ ਮੈਂ ਡਿਫਰੈਂਸ਼ੀਏਟ ਕਰਦਾ, ਇੱਥੇ ਰਾਮ ਜਿੰਨੀ ਵਾਰੀ ਗੁਰਬਾਣੀ 'ਚ ਆਇਆ ਹੈ ਉਹ ਰਾਮਚੰਦਰ ਲਈ ਨਹੀਂ ਆਇਆ। ਰਾਮ ਦਾ ਮਤਲਬ ਰਮਿਆ ਹੋਇਆ ਰਾਮ, ਆਪਣੀ ਕੁਦਰਤ ਦੇ ਵਿੱਚ ਇੱਥੇ ਵਸਿਆ ਹੋਇਆ ਹੈ। ਉਹ ਐਸਾ ਕ੍ਰੀਏਟਰ ਹੈ ਕਿ ਉਹ ਕ੍ਰੀਏਟ ਕਰਕੇ ਬਣਾ ਕੇ ਦੂਰ ਨਹੀਂ ਗਿਆ, ਵਿੱਚ ਹੈ ਸਾਡੇ ਅੰਦਰ, ਤੁਹਾਡੇ ਜਿੱਥੇ ਰਾਮਚੰਦਰ ਰਾਜੇ ਲਈ ਆਇਆ ਉੱਥੇ ਦੱਸਿਆ ਵੀ ਹੈ ਇੱਕ ਰਾਮ ਦਸ਼ਰਥ ਦਾ ਬੇਟਾ। ਬਿਲਕੁਲ ਬਿਲਕੁਲ। ਉਹ ਕਹਿੰਦੇ ਨਾ, ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਥਾ, ਇਹ ਵੀ ਹੈਗੀ। ਹਾਂ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਇਹ ਵੀ ਇੰਨੇ ਇਨਕਲਾਬੀ ਤੱਤ ਨੇ ਗੁਰੂ ਦੇ ਵਿੱਚ, ਤੇ ਵਾਰ-ਵਾਰ ਝੰਜੋੜਦਾ ਵੀ ਹੈ ਗੁਰੂ ਸਾਨੂੰ ਫੜ ਕੇ ਮੋਢੇ ਤੋਂ। ਪਰ ਜੇ ਅਸੀਂ ਪੜ੍ਹੀਏ ਤਾਂ, ਜੇ ਅਸੀਂ ਹੁਣ ਦੂਜਿਆਂ ਦੀ ਗੱਲ ਸੁਣਨੀ ਹੈ, ਪੰਡਤਾਂ ਦੀ, ਹੋਰਾਂ ਦੀ, ਤੇ ਉਹ ਫਿਰ ਤੁਸੀਂ ਪਖਲਾ ਜਾਓਗੇ। ਤੇ ਸਾਹਿਬ ਨੇ ਫਿਰ ਕੀ ਕੀਤਾ, ਉੱਥੇ ਗੁਰੂ ਅਮਰਦਾਸ ਜੀ ਕੋਲ ਗਏ ਤੇ ਬੀਬੀ ਜੀ ਅੰਦਰ ਚਲੇ ਗਏ। ਉਹਨਾਂ ਨੇ ਕਿਹਾ ਜਿਹਨੂੰ ਨਾਲ ਲੈ ਕੇ ਆਈ ਉਹਨੂੰ ਤਾਂ ਲੈ ਆ। ਤੇ ਫਿਰ ਉਹ ਅੰਦਰ ਗਏ, ਫਿਰ ਉੱਥੋਂ ਨਹੀਂ ਆਏ ਤੇ ਬੜੇ ਉਹਨਾਂ ਨੇ ਤਾਨੇ ਸਹੇ, ਕਿਉਂਕਿ ਨੂੰਹਾਂ ਦੇ ਪੇਕੇ ਉਦੋਂ ਅੱਜ ਵੀ ਨਹੀਂ ਕੋਈ ਰਹਿੰਦਾ, ਉਦੋਂ ਵੀ ਕੌਣ ਰਹਿੰਦਾ ਸੀ। ਉਹ ਕਹਿੰਦੇ ਨਹੀਂ। ਫਿਰ ਉਹਨਾਂ ਨੂੰ ਦੇਖੋ 12 ਲਕਬ ਮਿਲੇ, ਹਨਾ, ਨਥਾਮਿਓ ਕੇ ਥਾਉ, ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਨਿਗਤਿਓ ਕੀ ਗਤ, ਨਿਪੱਤਿਓ ਕੀ ਪਤ। ਸੋ ਮਹਾਰਾਜ ਨੇ 12-13 ਸਾਲ ਗਾਗਰ ਚੁੱਕ ਕੇ ਮੋਢੇ ਤੇ ਗੁਰੂ ਅੰਗਦ ਪਾਤਸ਼ਾਹ ਜੀ ਦਾ ਇਸ਼ਨਾਨ ਕਰਾਉਂਦੇ ਸੀ ਸਵੇਰੇ 4 ਵਜੇ, ਬਿਆਸਾ ਤੋਂ ਪਾਣੀ ਪੜ ਕੇ। ਉਹ ਇਹ ਨਹੀਂ ਸੀ ਕਿ ਉਹਨਾਂ ਨੂੰ ਇੱਕ ਕਰਮਕਾਂਡ ਸੀ, ਉਹ ਮਹਿਬੂਬ ਦੇ ਇਸ਼ਕ ਵਿੱਚ ਭੱਜੇ ਜਾਂਦੇ ਸੀ। ਚੈਨ ਹੀ ਨਹੀਂ ਆਉਂਦਾ ਸੀ ਕਿ ਹਾਏ ਮੈਂ ਉਹਦੇ ਤੋਂ, ਲੱਭ ਗਿਆ ਸੀ ਕਿ ਗੁਰੂ ਇਹੀ ਹੈ, ਕਿ ਮੇਰਾ ਮਹਿਬੂਬ, ਮੇਰੀ ਰੂਹ ਦਾ ਜਿਹੜਾ ਮੈਨੂੰ ਭਰਨ ਵਾਲਾ ਹੈ। ਹਾਲਾਂਕਿ ਉਮਰ 'ਚ ਉਹਨਾਂ ਤੋਂ ਛੋਟੇ ਸੀ, ਹਾਂ, ਇਸ ਦੇ ਬਾਵਜੂਦ, ਪਰ ਉਹਨਾਂ ਦੇ ਮਨ ਦੇ ਵਿੱਚ ਇੱਕ ਟੇਕ ਲੱਗ ਗਈ ਸੀ। ਉਹ ਸਾਨੂੰ ਇਹ ਵੀ ਸਮਝਾਇਆ ਗਿਆ ਹੈ ਕਿ ਗੁਰੂ ਦੀ ਕੋਈ ਉਮਰ ਨਹੀਂ ਹੁੰਦੀ। ਆਹ, ਤੇ ਇਸ ਕਰਕੇ ਸਾਨੂੰ ਮਹਾਰਾਜ ਨੇ ਆਪਣੇ ਜੀਵਨ ਤੋਂ, ਗ੍ਰਸਥ ਤੋਂ, ਆਪਣੀਆਂ ਸਾਰੀਆਂ ਕਿਰਿਆਵਾਂ ਤੋਂ ਦੱਸਿਆ ਵੀ ਸਿੱਖੋ, ਇੱਦਾਂ ਦੇ ਹਾਲਾਤ ਵੀ ਹੋਣਗੇ, ਪਰ ਗੁਰੂ ਤੁਹਾਨੂੰ ਕਿੱਦਾਂ ਬਦਲ ਸਕਦਾ? ਉਹ ਸ਼ਬਦ ਗੁਰੂ ਹੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੀ ਸ਼ਬਦ ਗੁਰੂ ਹੈ। ਸ਼ਬਦ ਗੁਰੂ, ਉਹਨਾਂ ਨੇ 240 ਸਾਲ ਦੀ ਇਸ ਕਰੜੀ ਮਿਹਨਤ ਤੋਂ ਬਾਅਦ ਦੱਸਿਆ ਕਿ ਗੁਰੂ ਦੀ ਮਹਾਨਤਾ ਤੇਰੇ ਲਈ ਕੀ ਹੈ, ਔਰ ਤੇਰਾ ਗੁਰੂ ਇੱਕ ਵਾਰੀ ਦੁਨੀਆ ਤੇ ਹੈ ਔਰ ਸਦਾ ਹੀ ਰਹੇਗਾ। ਹੁਣ ਅਸੀਂ ਤਿੰਨਾਂ ਸ਼ਰੀਰਾਂ ਦੀ ਗੱਲ ਕਰ ਰਹੇ ਸੀ, ਹਾਂਜੀ, ਫਿਜ਼ੀਕਲ ਦੀ, ਤੇ ਜਿਹੜਾ ਸਾਡਾ ਮਾਨਸਿਕ ਜੀਵਨ ਹੈ, ਤੇ ਰੂਹ ਦਾ ਜੀਵਨ ਹੈ। ਹੁਣ ਮਨ ਵਿਚਕਾਰ ਪੁਲ ਹੈਗਾ, ਇੱਥੇ ਰੂਹ ਹੈ ਤੇ ਇੱਥੇ ਸਾਡੀਆਂ ਇੰਦਰੀਆਂ ਨੇ। ਹੁਣ ਸਾਹਿਬ ਕਹਿੰਦੇ ਨੇ ਕਿ ਮਨ ਨੂੰ ਦੇਖ। ਉਹ ਕਹਿੰਦੇ ਨੇ ਜੇ ਤੂੰ ਗੁਰੂ ਨੂੰ ਸਮਝਣਾ ਹੈ, ਪਹਿਲਾਂ ਮਨ ਦੇ ਨਾਲ ਗੱਲਾਂ ਕਰਨੀਆਂ ਸਿੱਖ, ਕਿਉਂਕਿ ਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਸਦਾ ਸਦਾ ਰੰਗ ਮਾਣ। ਤੇ ਅਸੀਂ ਜੇ ਇਸ ਗੱਲ ਨੂੰ ਪੜ੍ਹ ਕੇ ਸਵੇਰੇ ਫਟਾਫਟ ਪੜ੍ਹਿਆ ਛੱਡਤਾ, ਇਟਸ ਨਾਟ ਗੋਇੰ ਟੂ ਹੈਪਨ। ਯੂ ਹੈਵ ਟੂ ਥਿੰਕ ਅਬਾਊਟ ਇਟ ਓਵਰ ਐਂਡ ਓਵਰ ਐਂਡ ਓਵਰ। ਅੱਛਾ, ਮੈਨੂੰ ਗੁਰੂ ਨੇ ਆਹ ਕਿਹਾ, ਪਰ ਮੈਂ ਕੀਤਾ ਕਿ ਨਹੀਂ ਭਲਾ ਮੇਰੇ ਮਨਾ। ਇਸ ਕਰਕੇ ਸਾਨੂੰ ਤਾਕੀਦ ਹੈ ਸਿੱਖ ਨੂੰ ਕਿ ਸਵੇਰੇ ਉੱਠਣਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ। ਅੰਮ੍ਰਿਤ ਵੇਲਾ ਕਿਉਂ ਹੈ? ਕਿ ਉਹ ਵੇਲਾ ਹੀ ਅੰਮ੍ਰਿਤ ਤੁਹਾਨੂੰ ਬਣਾ ਦੇਗਾ। ਅੰਮ੍ਰਿਤ ਮਤਲਬ ਜਿਹਨੂੰ ਮੌਤ ਨਹੀਂ ਆਉਂਦੀ, ਕਿਹੜੀ ਫਿਜ਼ੀਕਲ ਮੌਤ ਨਹੀਂ, ਮਨ ਦੀ ਮੌਤ ਨਹੀਂ। ਮਾਨਸਿਕ, ਗੁਰੂ ਜੀ ਨੇ ਰੂਹ ਦੀ ਮੌਤ ਜਦੋਂ ਵੀ ਗੱਲ ਕੀਤੀ ਹੈ, ਉਹ ਮਨ ਦੀ ਮੌਤ ਦੀ ਗੱਲ ਕੀਤੀ ਹੈ। ਜਿੱਦਾਂ ਬਾਬਾ ਜਰਨੈਲ ਸਿੰਘ ਵੀ ਕਹਿੰਦੇ ਸੀ, ਸਾਡੇ ਬੜੇ ਸਿੰਘਾਂ ਨੇ ਵੀ ਕਿਹਾ ਹੈ, ਮੈਂ ਸਰੀਰ ਦੀ ਮੌਤ ਨੂੰ ਮੌਤ ਨਹੀਂ ਮੰਨਦਾ, ਮੈਂ ਜ਼ਮੀਰ ਦੀ ਮੌਤ ਨੂੰ ਹੀ ਮੌਤ ਮੰਨਦਾ। ਜ਼ਮੀਰ ਕਦੋਂ ਮਰੇਗੀ? ਜਦੋਂ ਤੁਹਾਡਾ ਮਨ ਕਾਮ ਦੇ ਅਧੀਨ ਕੰਮ ਕਰੇਗਾ, ਕ੍ਰੋਧ ਦੇ ਅਧੀਨ ਕੰਮ ਕਰੇਗਾ, ਲੋਭ, ਮੋਹ ਜਾਂ ਅਹੰਕਾਰ ਦੇ। ਇਹਨਾਂ ਨੂੰ ਔਗਣ ਵੀ ਨਹੀਂ ਸਮਝਣਾ। ਹੁਣ ਤੁਸੀਂ ਕਹੋਗੇ ਬੜੀ ਪੈਰਾਡੌਕਸੀਕਲ ਗੱਲ ਹੈ ਨਾ, ਇੱਕ ਪਾਸੇ ਤਾਂ ਤੁਸੀਂ ਔਗਣ ਕਹਿ ਰਹੇ ਹੋ, ਕਹਿੰਦੇ ਕਿ ਨਹੀਂ ਔਗਣ ਨਹੀਂ ਨੇ। ਹਾਂ, ਔਗਣ ਕਦੋਂ ਨੇ? ਜਦੋਂ ਕਾਮ ਮਰਿਆਦਾ 'ਚ ਨਹੀਂ ਹੈ। ਕਾਮ ਬਹੁਤ ਚੰਗੀ ਚੀਜ਼ ਹੈ, ਇਹ ਜ਼ਿੰਦਗੀ ਦਾ ਰਸ ਹੈ, ਇਹ ਕ੍ਰੀਏਸ਼ਨ ਦਾ ਧੁਰਾ ਹੈ। ਕੁਦਰਤ ਨੇ ਤੁਹਾਡੇ ਅੰਦਰ ਪਾਇਆ, ਰੱਬ ਨੇ, ਫॉर ਅ ਰੀਜ਼ਨ, ਵੀ ਤੇਰੇ ਅੰਦਰ ਹੋਏਗਾ, ਤੇਰਾ ਜੋੜ ਬਣੇਗਾ,
ਤੇਰੀ ਗ੍ਰਸਤੀ ਚੱਲੇਗੀ, ਤੇਰੇ ਬੱਚੇ ਦੁਨੀਆ 'ਚ ਆਣਗੇ, ਉਹ ਕਿੱਦਾਂ ਆਣਗੇ ਜੇ ਕਾਮ ਨਹੀਂ ਹੈ? ਜ਼ਰੂਰੀ ਹੈ ਪਰ ਬਾਹਰ ਨਹੀਂ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੈ, ਤੂੰ ਇੱਕ ਦਾ ਹੋ ਕੇ ਰਹਿ। ਉਹ ਕਹਿੰਦੇ ਆ ਕਿ ਇਹ ਫੁੱਲਾਂ ਦੀ ਬਗਾਤ ਹੈਗੀ, ਇੱਥੇ ਰੰਗ ਰੰਗ ਦੇ ਫੁੱਲ ਖਿੜੇ ਹੋਏ ਆ, ਤੇਰਾ ਇੱਕੋ ਫੁੱਲ ਹੈ, ਚੁਣ ਲਾ ਤੇ ਰਸ ਮਾਣ। ਤੇ ਐਦਾਂ ਰਸ ਮਾਣ ਕਿ ਤੇਰੀ ਨਜ਼ਰ ਕਿਤੇ ਬਾਹਰ ਜਾਏ ਹੀ ਨਾ ਜਾਵੇ ਤੇ ਬੱਚਿਆਂ ਦੀ ਵੀ ਨਾ ਜਾਏ। ਸੋ ਐਦਾਂ ਹੀ ਕ੍ਰੋਧ ਹੈ। ਹੁਣ ਕ੍ਰੋਧ ਕਦੋਂ ਅੱਗ ਲਾਉਂਦਾ ਹੈ, ਕਦੋਂ ਪਵਾੜੇ ਪਾਉਂਦਾ ਹੈ, ਕਦੋਂ ਘਰਾਂ ਨੂੰ ਸਾੜਦਾ ਹੈ? ਜਦੋਂ ਮਰਿਆਦਾ 'ਚ ਨਹੀਂ ਹੈ। ਪਰ ਕ੍ਰੋਧ ਜਦੋਂ ਮਰਿਆਦਾ 'ਚ ਹੈ ਤੇ ਉਹ ਵੀਰ ਰਸ ਹੈ, ਉਹ ਜੰਗ ਦੇ ਯੁੱਧ ਉਹ ਤੇ ਜ਼ਰੂਰੀ ਹੈ ਨਾ। ਉਹ ਜ਼ਰੂਰੀ ਹੈ, ਕਿੰਨਾ ਜ਼ਰੂਰੀ ਹੈ। ਤੁਹਾਡੇ ਬੱਚੇ ਨੂੰ ਕੋਈ ਮਾਰ ਰਿਹਾ ਹੋਵੇ, ਤੁਸੀਂ ਤਾਂ ਕਹੋ ਨਹੀਂ ਮੈਂ ਤਾਂ ਕ੍ਰੋਧ ਨਹੀਂ ਕਰਨਾ। ਤੁਹਾਡਾ ਬੱਚਾ ਹੀ ਲੈ ਜਾਏ ਕੋਈ ਖੋ ਕੇ, ਤੁਹਾਡੀ ਵਾਈਫ ਨੂੰ ਲੈ ਜਾਏ, ਮੇਰੇ ਹਸਬੈਂਡ ਨੂੰ ਲੈ ਜਾਏ, ਨੋ। ਗੁਰੂ ਕਹਿੰਦਾ ਹੈ ਵੀਰ ਰਸ ਵਿੱਚ ਆ ਕੇ ਗੁਰੂ ਨੇ ਕਿਰਪਾਨ ਸਾਨੂੰ ਤਾਂ ਚੁਕਾਈ। ਦੇਖੋ ਕਿਰਪਾਨ ਦਾ ਨਾਮ ਹੁਣ ਹਰ ਗੱਲ ਦੇ ਉੱਤੇ ਵਿਆਖਿਆ ਹੈ। ਤਲਵਾਰ, ਵੇਖੋ ਮੈਨੂੰ ਪਤਾ ਲੱਗਾ ਥੋੜੇ ਦਿਨ ਪਹਿਲਾਂ ਕਿ ਤਲਵਾਰ ਦਾ ਮੀਨਿੰਗ ਕੀ। ਤਲ ਮਤਲਬ ਨੀਵੇਂ ਤੇ ਵਾਰ ਕਰਨ ਵਾਲੀ, ਕਮਜ਼ੋਰ ਤੇ ਵਾਰ ਕਰਨ ਵਾਲੀ ਤਲਵਾਰ ਹੈ। ਤਲ ਮੀਨਸ ਨੀਵਾਂ ਤੇ ਵਾਰ ਮੀਨਸ ਹਮਲਾ। ਤਲਵਾਰ ਧਾਰੀ ਆਪਣੇ ਤੋਂ ਨੀਵਿਆਂ ਤੇ ਹਮਲਾ ਕਰਦਾ ਹੈ, ਉੱਚਿਆਂ ਦੇ ਤਾਂ ਕਰਨ ਜੋਗਾ ਹੁੰਦਾ ਹੀ ਨਹੀਂ। ਉਹ ਤਕੜਿਆਂ ਤੇ ਹੁਕਮਰਾਨ ਧਿਰ ਵੱਲੋਂ ਜਿਹੜਾ ਮਤਲਬ ਉਹ ਤਲਵਾਰ ਹੈ, ਨੀਵਿਆਂ ਨੂੰ ਮਾਰਨਾ, ਮਜ਼ਲੂਮਾਂ ਨੂੰ ਜਿੱਦਾਂ ਮਾਰ ਰਹੇ ਨੇ ਹੁਣ ਸਾਰੇ ਪਾਸੇ, ਤੁਹਾਨੂੰ ਪਤਾ ਹੀ ਹੈ। ਪਰ ਸਾਹਿਬ ਨੇ ਇਹਦਾ ਨਾਂ ਤਲਵਾਰ ਨਹੀਂ ਰੱਖਿਆ, ਕਿਰਪਾਨ। ਕਿਰਪਾ ਆਣ, ਇਹ ਜਦੋਂ ਉੱਠੇਗੀ ਕਿਰਪਾ ਹੀ ਵਰਸਾਏਗੀ। ਸੋ ਸਾਨੂੰ ਆਪਣੀ ਅਸੀਂ ਟਰਮੀਨੋਲੋਜੀ ਵੀ ਨਾ ਭੁੱਲੀਏ। ਹੁਣ ਅਸੀਂ ਐਵੇਂ ਟਰਮੀਨੋਲੋਜੀ ਅਖੇ ਜੀ ਗੁਰੂ ਘਰ ਲੋ, ਦੱਸੋ ਗੁਰੂ ਦਾ ਘਰ ਤਾਂ ਤੁਹਾਡਾ ਦਿਲ ਹੈ, ਉਹ ਬਿਲਡਿੰਗ ਥੋੜਾ, ਉਹ ਤੇ ਗੁਰਦੁਆਰਾ ਹੈ। ਔਰ ਉਸ ਦੀ ਐਗਜ਼ਾਮਪਲ, ਉਸ ਦੀ ਵਿਆਖਿਆ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਲਿਖੀ ਹੋਈ ਹੈ। ਉਹ ਕਹਿੰਦੇ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਸਾਹਿਬ ਕਹਿੰਦੇ ਗੁਰਦੁਆਰੇ ਧੋਏ ਹੱਛਾ ਹੋਏ ਸੀ। ਉੱਥੇ ਜਾ, ਗੁਰੂ ਦਾ ਦੁਆਰਾ ਹੁੰਦਾ। ਦੁਆਰਾ ਇਜ਼ ਅ ਥ੍ਰੈਸ਼ਹੋਲਡ, ਮਤਲਬ ਦਹਲੀਜ਼। ਉੱਥੇ ਕੋਈ ਬਹਿ ਨਹੀਂ ਸਕਦਾ, ਉਹ ਤੋਂ ਪਾਰ ਜਾਣਾ ਹੁੰਦਾ। ਸੋਝੀ ਪਾਉਣੀ ਵੀ ਹਾਂ ਬਿਲਕੁਲ, ਉਹ ਭਾਂਡਾ ਧੋਤੇ ਜਾਣ ਵਾਲੀ ਗੱਲ ਹੈ। ਗੁਰਦੁਆਰੇ ਹੀ ਤੁਹਾਡਾ ਭਾਂਡਾ ਧੋਤਾ ਜਾਏਗਾ। ਕਿਉਂ? ਦੇਖੋ ਹੁਣ ਗੁਰਦੁਆਰੇ ਨੂੰ ਲੋਕਾਂ ਨੇ ਜਾਂ ਸਾਰੇ ਸਿੱਖਾਂ ਨੇ ਇੱਕ ਹੋਰ ਉਹਦਾ ਤਰੀਕਾ ਸਮਝਣ ਦਾ ਬਣਾ ਲਿਆ, ਪਰ ਉਹ ਨਹੀਂ ਹੈ। ਗੁਰਦੁਆਰਾ ਇਜ਼ ਐਨ ਇੰਸਟੀਟਿਊਸ਼ਨ ਇਟ ਇਟਸੈਲਫ। ਇਹਨੂੰ ਗੋਰੇ ਸਮਝ ਗਏ ਸੀ ਤੇ ਉੱਥੋਂ ਦੇ ਪੁਰਾਣੇ ਹੁਕਮਰਾਨ ਬਾਹਮਣ ਵੀ ਸਮਝ ਗਏ ਸੀ, ਇਸ ਕਰਕੇ ਉਹਨਾਂ ਨੂੰ ਉਹਨੂੰ ਭੰਨਣ ਦੀ ਕੋਸ਼ਿਸ਼ ਕੀਤੀ, ਉਹਨੂੰ ਠਾਕੁਰ ਦੁਆਰਾ ਬਣਾਤਾ। ਗੁਰਦੁਆਰੇ ਨੂੰ ਉਹਦਾ ਜਿਹੜਾ ਕਨਸਟੀਟਿਊਸ਼ਨਲ ਸਰੂਪ ਸੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਟੁੱਟਣਾ ਨਹੀਂ ਚਾਹੀਦਾ ਜੇ ਅਸੀਂ ਜਾਗਰੂਕ ਹੋਵਾਂਗੇ। ਕਿਉਂਕਿ ਗੋਰਾ ਕਹਿੰਦਾ ਸੀ ਜਦੋਂ ਅੰਗਰੇਜ਼ ਆਏ ਵੀ ਮੈਂ ਬਾਕੀ ਦੇ ਭਾਰਤ 'ਚ ਮੈਨੂੰ 250 ਸਾਲ ਹੋ ਗਏ ਰਾਜ ਕਰਦਿਆਂ ਨੂੰ, ਮੇਰੇ ਕਾਬੂ ਨਹੀਂ ਆਉਂਦੇ। ਇਹਦਾ ਰੀਜ਼ਨ ਕੀ ਹੈ? ਮਹਾਰਾਜਾ ਰਣਜੀਤ ਸਿੰਘ ਤੇ ਉਹ ਰਾਜ, ਹੁਣ ਉਹਦੇ ਤੇ ਗੱਲਾਂ ਕਰੀ ਜਾਂਦੇ ਨੇ। ਤੁਸੀਂ ਇੱਕ ਰਣਜੀਤ ਸਿੰਘ ਪਹਿਲਾਂ ਲੈ ਤਾਂ ਆਓ, ਫਿਰ ਅਗਲੇ ਨੂੰ ਨਿੰਦ ਲਿਓ, ਹਨਾ। ਮਤਲਬ ਮੈਂ ਪੁੱਛਣਾ ਚਾਹਨੀ ਆ ਆਪਣੇ ਸਰੋਤਿਆਂ ਨੂੰ, ਤੁਹਾਡੇ ਕੋਲ ਕੋਈ ਹੋਰ ਰਣਜੀਤ ਸਿੰਘ ਹੈ ਕੋਈ ਹੋਰ ਮਹਾਰਾਣੀ ਜਿੰਦਾ ਹੈ? ਕੋਈ ਦਲੀਪ ਸਿੰਘ ਜਿਹਨੂੰ ਨਿੱਕੇ ਜਿਹੇ ਨੂੰ ਅਗਲਿਆਂ ਨੇ 5 ਸਾਲਾਂ ਦੇ 8 ਸਾਲਾਂ ਦੇ ਨੂੰ ਚੁੱਕ ਕੇ ਲੈ ਗਏ ਫॉर ਅ ਰੀਜ਼ਨ? ਕਿਉਂ ਨਹੀਂ ਤੁਹਾਨੂੰ ਸਮਝ ਆਈ? ਕਿਉਂ ਲੈ ਗਏ? ਉਹਨਾਂ ਨੇ ਪੰਜਾਬ ਹੀ ਕਿਉਂ ਅਨੈਕਸ ਕੀਤਾ? ਉਹਨਾਂ ਬਾਕੀ ਭਾਰਤ ਅਨੈਕਸ ਕਿਉਂ ਨਹੀਂ ਕੀਤਾ? ਉੱਥੇ ਰਜਵਾੜੇ ਹੋਰ ਵੀ ਸੀ ਨਾ, ਰਾਜਪੂਤਾਨਾ, ਮਰਾਠੇ, ਇਹ ਉਹ ਨਾਗ। ਉਹਨਾਂ ਨੂੰ ਕਿਉਂ ਨਹੀਂ ਖਤਮ ਕਰਕੇ ਲੈ ਗਏ? ਤੁਹਾਡੇ ਪੰਜਾਬ ਨੂੰ ਕਿਉਂ ਲੈ ਗਏ? ਹੋਰ ਕੋਈ ਮਿਸਾਲ ਨਹੀਂ ਮਿਲਦੀ ਕਿਸੇ ਰਾਜੇ ਦਾ ਬੱਚਾ ਉਹ ਲੈ ਕੇ ਗਏ। ਹੁਣ ਸਾਡਾ ਸਭ ਕੁਝ ਮਾਰ ਕੇ ਔਰ ਮਰਵਾਇਆ ਵੀ ਇਹਨਾਂ ਨੇ ਨਾਲ, ਜਿਹੜੇ ਸਾਡੇ ਹੁਣ ਵੱਡਾ ਭਰਾ ਬਣੇ ਹੋਏ ਨੇ। ਕਿਹੜੇ ਵੱਡੇ ਭਰਾ ਨੇ? ਆਈ ਮੀਨ ਰਾਈਟ, ਵੱਡੇ ਭਰਾਵਾਂ ਨੇ ਨਿੱਕੇ ਭਰਾ ਦਾ ਮਲੀਆ ਹੀ ਮੇਟ ਕਰਤਾ। ਕਿਉਂ ਕੀਤਾ? ਕਿਉਂਕਿ ਇਹ ਵੱਡੇ ਭਰਾ ਦੇ ਜੜ ਨੂੰ ਖਤਰਾ ਹੈ। ਵੱਡੇ ਭਰਾ ਜਿਹੜਾ ਬਣਿਆ ਹੈ ਤੇ ਨਹੀਂ ਹੈ ਸਾਡਾ ਕੋਈ, ਸਾਡੇ ਤਾਂ ਸਾਰੇ ਭਰਾ ਨੇ। ਮੇਰੇ ਮਹਾਰਾਜ ਕਹਿੰਦੇ ਆ ਜਿਹੜਾ ਗੁਰਬਾਣੀ ਉਪਦੇਸ਼ ਹੈ, ਉਪਦੇਸ਼ 4 ਵਰਨਾ ਕੋ ਸਾਂਝਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ। ਉਹ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਉਹ ਕਹਿੰਦੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਕੱਲੇ ਇਹੋ ਕਿ ਸਾਡੇ ਵੱਡੇ ਭਰਾ ਕਿਉਂ ਬਣੇ ਫਿਰਦੇ ਨੇ? ਵਾਈ ਐਸਕ ਯੋਰਸੈਲਫ। ਸਾਡੇ ਮੁਸਲਮਾਨ ਭਰਾ ਕਿਉਂ ਨਹੀਂ ਇੰਨਾ ਸਾਡਾ ਉਹਨਾਂ ਦੇ ਨਾਲ ਸਾਂਝ ਹੈ, ਜਿਹੜੇ ਲਾਹੌਰ ਦੇ ਬੰਦੇ ਨੇ, ਰਾਈਟ? ਸਾਡੀ ਕ੍ਰਿਸਟਨਾ, ਮੇਰੀ ਬੈਸਟ ਫਰੈਂਡ ਪੈਸਟਰ ਹੈ ਇੱਥੇ ਅਮਰੀਕਾ 'ਚ, ਗਲੋਰੀਆ, ਰਾਈਟ? ਅਸੀਂ ਹੱਥ ਫੜ ਕੇ ਇਕੱਠੇ ਦੁਆਵਾਂ ਕਰਦੇ, ਜਿੱਦਾਂ ਉਹਦਾ ਇਸ਼ਕ ਜੀਸਸ ਨਾਲ ਹੈ, ਮੇਰਾ ਗੁਰੂ ਨਾਨਕ ਪਾਤਸ਼ਾਹ ਨਾਲ ਹੈ। ਫਰਕ ਹੀ ਹੈ ਤਾਂ ਇਸ਼ਕ ਦੀ ਰਾਹ, ਹੈ ਤਾਂ ਮੁਹੱਬਤ ਦੀ। ਇੱਥੇ ਗੱਲ ਹੈ ਹੀ ਕੀ? ਇਹ ਰਚਨਾ ਹੀ ਸਾਰੀ ਮੁਹੱਬਤ ਤੋਂ ਆਈ ਹੈ। ਸੋ
ਟੂ ਕੱਟ ਸ਼ਾਰਟ, ਗੁਰੂ ਜੀ ਨੇ ਸਾਨੂੰ ਗੁਰੂ ਨਾਲ ਜੁੜਨ ਦੀ ਤਾਕੀਦ ਕੀਤੀ। 3 ਤਲ ਦੀ ਆਪਾਂ ਜਿਹੜੀ ਗੱਲ ਕਰ ਰਹੇ ਸੀ ਉਹ ਇਹ ਹੈਗੀ ਹੈ, ਮਨ ਨੂੰ ਸਮਝਾਉਣਾ ਹੈ ਰੋਜ਼, ਕਿਉਂਕਿ ਉਹ ਕਹਿੰਦੇ ਮੰਮਾ ਮਨ ਸਿਓ ਕਾਜ ਹੈ, ਮਨਸਾ ਮਿਲਿਆ ਨਾ ਕੋਏ। ਇਹ ਮਨ ਮਿੱਤਰ ਪਿਆਰਿਆ, ਬਾਰ-ਬਾਰ ਕਹਿੰਦੇ ਕਦੀ ਇਹਨੂੰ ਮੈਂ ਚਾਬੁਕ ਵੀ ਮਾਰੂੰਗਾ, ਕਦੀ ਮੈਂ ਇਹਨੂੰ ਪਿਆਰ ਵੀ ਇਹਨੂੰ ਆਖੇ ਲਾਉਣਾ ਹੈ। ਜਿੱਦਣ ਤੁਹਾਡਾ ਮਨ ਗੁਰੂ ਦੇ ਆਖੇ ਲੱਗ ਗਿਆ, ਤੁਸੀਂ ਗੁਰੂ ਦਾ ਰੂਪ ਹੀ ਹੋ ਜਾਓਗੇ। ਮਨ ਨਹੀਂ ਲੱਗਦਾ ਆਖੇ, ਉਹ ਕਹਿੰਦੇ ਮਨ ਰਾਜਾ ਸੁਲਤਾਨ, ਅੰਦਰ ਤੇ ਉਹਦੇ ਸੁਲਤਾਨ, ਕਹਿੰਦਾ ਇੱਥੇ ਤੇ ਮੇਰਾ ਰਾਜਾ, ਇੱਧਰ ਕਿੱਧਰ ਗੁਰੂ ਨੂੰ ਵਾੜਨਾ, ਜਾਓ। ਹੁਣ ਸਰੀਰ ਨੂੰ ਲੈ ਕੇ ਜੇ ਮੈਂ 40 ਸਾਲ ਗੁਰਦੁਆਰੇ ਗਈ ਹਾਂ, ਮੈਂ ਆਪਣੀ ਐਗਜ਼ਾਮਪਲ ਲਵਾਂਗੀ, ਹੋਰਾਂ ਦੀ ਨਹੀਂ ਲੈਂਦੀ। ਬਿਲਕੁਲ। ਜੇ ਮੈਂ 40 ਸਾਲ ਉਹੀ ਮੱਥਾ ਟੇਕਿਆ ਤੇ ਮੈਂ ਉਹੀ ਸ਼ਬਦ ਸੁਣੇ ਤੇ ਮੇਰੇ 'ਚ ਕੋਈ ਬਦਲਾਵ ਹੀ ਨਹੀਂ ਹੈ, ਫਿਰ ਵਾਟਸ ਦ ਪੁਆਇੰਟ? ਕੋਈ ਬੱਚਾ 40 ਸਾਲ ਸਕੂਲ ਤੇ ਨਹੀਂ ਜਾਂਦਾ। ਤੇ ਗੁਰਦੁਆਰਾ ਜਿਹੜਾ ਹੈਗਾ ਇਹ ਸਟੇਟ ਵਿਦ ਇਨ ਸਟੇਟ ਹੈ। ਕਿੱਦਾਂ? ਇੱਥੇ ਉਹ ਕਹਿੰਦੇ ਇਹ ਸਰਕਾਰ ਦੇ ਵਿੱਚ ਆਪਣੀ ਸਰਕਾਰ ਚੱਲ ਰਹੀ ਹੈ, ਸਭ ਨੂੰ ਪਤਾ ਲੱਗ ਗਿਆ, ਬ੍ਰਾਹਮਣ ਨੂੰ ਪਤਾ ਲੱਗ ਗਿਆ, ਮੌਲਵੀ ਨੂੰ ਪਤਾ ਲੱਗ ਗਿਆ ਤੇ ਗੋਰੇ ਨੂੰ ਵੀ ਪਤਾ ਲੱਗ ਗਿਆ, ਹੈ ਨਾ ਜੀ। ਹੁਣ ਕਿੱਦਾਂ ਚੱਲ ਰਹੀ ਹੈ ਗੁਰਬਾਣੀ? ਗੁਰਦੁਆਰੇ ਸਾਡਾ ਆਪਣਾ ਝੰਡਾ ਹੈਗਾ, ਖਾਲਸੇ ਦਾ ਨਿਸ਼ਾਨ ਉੱਚਾ। ਨੰਬਰ 1 ਨਿਸ਼ਾਨ ਕਿਹਦਾ ਹੁੰਦਾ ਹੈ? ਦੇਸ਼ਾਂ ਦਾ, ਸਰਕਾਰਾਂ ਦਾ, ਹਕੂਮਤ ਦਾ, ਇੱਕ ਸਟੇਟ ਦਾ। ਉੱਥੇ ਸਭ ਤੋਂ ਪਹਿਲੀ ਚੀਜ਼ ਹੈ ਨਿਸ਼ਾਨ। ਦੂਸਰੀ ਗੱਲ, ਉੱਥੇ ਸਾਡਾ ਸ਼ਹਿਨशाह, ਰਾਜਿਆਂ ਦਾ ਰਾਜਾ ਬੈਠਾ ਹੈ। ਗੁਰਦੁਆਰਾ ਗੁਰੂ ਦੇ ਬਗੈਰ ਤਾਂ ਹੋ ਹੀ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਮਾਲਿਕ ਨੇ, ਹੁਣ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਬੁੱਕ ਕਹਿੰਦਾ ਹੈ, ਮਤਲਬ ਥੋੜੇ ਜਿਹੇ ਅਕਲੋਂ ਹੀਣੇ ਲੋਕੀ, ਇਟਸ ਨਾਟ ਅ ਬੁੱਕ। ਇਹ ਕੋਈ ਕੱਲਾ ਗ੍ਰੰਥ ਨਹੀਂ ਹੈ, ਇਹ 10 ਪਾਤਸ਼ਾਹੀਆਂ, 15 ਭਗਤ। ਮੈਂ ਇਹੋ ਹੀ ਗੱਲ ਕਰਨ ਵਾਲਾ ਸੀ ਆਪਣੇ ਦਰਸ਼ਕਾਂ ਦੇ ਲਈ ਕਿ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਮਹਾਨਤਾ ਦੀ ਐਜ਼ ਕੰਸਟੀਟਿਊਸ਼ਨ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਕੀਤੀ ਆ ਉਹਦੀ ਮਹਾਨਤਾ ਨੂੰ ਦੱਸਣ ਲਈ। ਇਹਦੇ 'ਚ ਕਿਹੜੇ ਗੁਰੂ ਸਾਹਿਬ ਦੀ ਬਾਣੀ ਦਰਜ ਹੈ, ਕਿਹੜੇ ਭਗਤ ਨੇ, ਭੱਟ ਨੇ, ਹੈ ਨਾ, ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿਓ, ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਨੇ ਜਿਹੜੇ ਮੈਨੂੰ ਲੱਗਦਾ ਵੀ 80% ਤੋਂ ਵੱਧ ਉਹਨਾਂ ਨੂੰ ਨਹੀਂ ਪਤਾ ਹੈਗਾ। ਮੱਥਾ ਜ਼ਰੂਰ ਟੇਕਦੇ ਨੇ, ਐਤਵਾਰ ਨੂੰ ਜਾਂਦੇ ਨੇ ਜਾਂ ਜਦੋਂ ਵੀ ਉਹਨਾਂ ਨੂੰ ਵਕਤ ਮਿਲਦਾ ਉਹ ਜਾਂਦੇ ਨੇ ਗੁਰਦੁਆਰਾ ਸਾਹਿਬ, ਪਰ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਹੈਗੀ। ਦੇਖੋ ਮੈਂ ਤਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਸਾਡੇ ਰਹਿਤਨਾਮਿਆਂ 'ਚ ਪੁਰਾਣੇ ਸਿੰਘਾਂ ਨੇ ਜਿਹੜੇ ਗੁਰੂ ਸਾਹਿਬ ਦੇ ਅੰਗ ਸੰਗ ਹੁੰਦੇ ਸਨ, ਉਹਨਾਂ ਨੇ ਨਾ ਸਾਨੂੰ 3 ਚੀਜ਼ਾਂ ਦੱਸੀਆਂ ਨੇ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਹੁਣ ਅਸੀਂ ਉਹ ਕਹਿੰਦੇ ਜੀ ਦਰਸ਼ਨ ਦੀਦਾਰੇ ਕਰਨ ਚੱਲੇ ਆ। ਹੁਣ ਕਿਹਦੇ ਦਰਸ਼ਨ ਦੀਦਾਰੇ ਕਰਨ ਚੱਲੇ ਹੋ? ਸਾਹਿਬ ਨੂੰ ਪੁੱਛਿਆ ਸੀ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਕਿ ਹੁਣ ਤੁਸੀਂ ਚੱਲੇ ਹੋ, ਜਦੋਂ ਛੁਰਾ ਮਾਰਤਾ ਸੀ ਪਠਾਨ ਨੇ ਤੇ ਮਹਾਰਾਜ ਨੂੰ ਪਤਾ ਸੀਗਾ ਤਾਂ ਉਹਨਾਂ ਨੇ ਬੁਲਾਇਆ ਸਾਰੇ ਸਿੰਘਾਂ ਨੂੰ, ਜਿੱਦਾਂ ਅੰਗੀਠਾ ਤਿਆਰ ਕੀਤਾ। ਕਹਿੰਦੇ ਅਸੀਂ ਕੀ ਕਰਾਂਗੇ ਤੁਹਾਡੇ ਬਿਨਾਂ, ਤੁਹਾਨੂੰ ਕਿੱਥੋਂ ਵੇਖਾਂਗੇ, ਕਿਉਂਕਿ ਹੁਣ ਮੇਰਾ ਮਹਿਬੂਬ ਸਾਹਮਣੇ ਹੋਵੇ, ਜਿਹਦੇ ਨਾਲ ਮੇਰੀਆਂ ਅੱਖਾਂ ਇੰਨੀਆਂ ਜੁੜੀਆਂ ਨੇ, ਕਿੱਦਾਂ ਲੱਗੇਗਾ ਦਿਲ ਨੂੰ, ਹੈ ਨਾ। ਮਰ ਜਾਾਂਗੇ ਨਾ ਜੀਂਦੇ ਜੀ ਕਿ ਹੁਣ ਇਹ ਚਲਾ ਗਿਆ, ਮਤਲਬ ਸਾਡੀ ਤਾਂ ਮੌਤ ਹੈ। ਸਾਹਿਬ ਨੇ ਕਿਹਾ ਸਵੇਰੇ ਉੱਠੀ ਤੇ ਆਪਣੇ ਆਪ ਨੂੰ ਸ਼ਿੰਗਾਰੀ, ਤੇਰੇ ਸੋਹਣੇ ਦਾੜਾ ਕੇਸ, ਤੇਰੀ ਕਿਰਪਾਨ ਸੱਜੇ ਹੋਏ ਮੇਰੇ ਗਿਫਟ ਤੇਰੇ ਕੋਲ ਨੇ। ਇਹ 5 ਕਕਾਰ ਉਸ ਮਹਿਬੂਬ ਦੇ ਸਾਡੇ ਕੋਲ ਗਿਫਟ ਨੇ। ਇਹਨਾਂ ਦੀ ਕੋਈ ਵਿਆਖਿਆ ਨਾ ਦਿਆ ਕਰੋ ਕਿਸੇ ਨੂੰ, ਕਦੀ ਇਹਦੀ ਵਿਆਖਿਆ ਲੋੜ ਹੀ ਨਹੀਂ ਨਾ। ਹੁਣ ਮੈਂ ਕਿਸੇ ਨੇ ਰਿੰਗ ਪਾਈ ਹੁੰਦੀ, ਬੀਬੀ ਨੇ ਜਦੋਂ ਵਿਆਹ ਹੋਣਾ ਹੁੰਦਾ ਜਾਂ ਬੰਦੇ ਨੇ ਪਾਈ ਹੁੰਦੀ, ਉਹਦੀ ਵਿਆਖਿਆ ਕਰਦਾ ਫਿਰਦਾ ਕਿ ਇਹ ਕੀ ਹੈ, ਇਹਦਾ ਫਾਇਦਾ ਕੀ ਹੈ, ਤੇ ਹੀਰਾ ਮੈਨੂੰ ਪਤਾ ਨਹੀਂ ਕਿੱਥੇ ਪਹੁੰਚਾ ਦੇਗਾ ਜਾਂ ਰੂਬੀ ਕਿੱਥੇ ਪਹੁੰਚਾ ਦੇ। ਨੋ, ਮਹਿਬੂਬ ਦੇ ਇਸ਼ਕ ਦੀਆਂ ਨਿਸ਼ਾਨੀਆਂ ਦੀ ਕੋਈ ਸਾਨੂੰ ਲੋੜ ਹੀ ਨਹੀਂ ਨਾ। ਕੇਸ ਤੇ ਉਹਦੀ ਅਦੁੱਤੀ ਨਿਸ਼ਾਨੀ ਹੈ, ਦਸਤਾਰ ਵੀ ਉਹਦੀ ਨਿਸ਼ਾਨੀ ਆ। ਅਸੀਂ ਰਾਜੇ ਮਹਾਰਾਜੇ ਦੇ ਪੁੱਤਾਂ, ਹੁਣ ਮੈਂ ਤਾਂ ਕੌਰ ਬਣੀ ਆ ਨਾ, ਮੈਂ ਵੀ ਪਹਿਲਾਂ ਐਂ ਹੁੰਦੀ ਸੀ, ਸ਼ੂਦਰ ਆ ਨਾ। ਉਹਦੀ ਜਿਹੜਾ ਉੱਥੇ ਦਾ ਬਣਿਆ ਹੋਇਆ ਗੁਰੂ ਲੋਕਾਂ ਦਾ, ਉਹ ਤੇ ਸ਼ੂਦਰ ਕਹਿੰਦਾ ਮੈਨੂੰ, ਮੈਂ ਤੇ ਸ਼ੂਦਰ ਨਹੀਂ ਆ। ਜੱਟਾਂ ਨੂੰ ਵੀ ਸ਼ੂਦਰ ਕਹਿੰਦਾ, ਫਲਾਣਿਆਂ ਨੂੰ ਵੀ। ਕੋਈ ਬਾਹਮਣ ਤੂੰ, ਹੁਣ ਉਹ ਕਹਿੰਦੇ ਕਬੀਰ ਜੀ ਕਹਿੰਦੇ, ਸੌਰੀ ਮੈਂ ਤੁਹਾਡੀ ਗੱਲ ਤੋਂ ਥੋੜੀ ਜਿਹੀ ਡਾਇਵਰਟ ਆ। ਬਿਲਕੁਲ। ਹੁਣ ਕਬੀਰ ਜੀ ਨੇ ਉਹਨੂੰ ਸਿੱਧੀਆਂ ਜਦੋਂ ਸਵਾਲ ਪੁੱਛੇ ਕਿ ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਆਨ ਬਾਟ ਕਾਹੇ ਨਹੀਂ ਆਇਆ। ਤੂੰ ਵੀ ਉਸੇ ਮਾਂ ਦੇ ਢਿੱਡੋਂ ਆਇਆ, ਮੈਂ ਵੀ, ਤੂੰ ਕਿੱਥੋਂ ਬ੍ਰਾਹਮਣ ਬਣ ਗਿਆ? ਫਿਰ ਕਹਿੰਦੇ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਾਂ ਹਮ ਕਤ ਲੋਹੂ ਤੁਮ ਕਤ ਦੂਧ। ਤੇ ਮਤਲਬ ਸਿੱਖਾਂ ਨੂੰ ਨਹੀਂ ਪਤਾ ਲੱਗਦਾ ਇਹ ਗੱਲ। ਤੁਸੀਂ ਅੱਜ ਤੱਕ ਜਾਤਾਂ ਲਈ ਫਿਰਦੇ, ਹੁਣ ਗੁਰਦੁਆਰੇ ਵੀ ਜਾਤਾਂ ਦੇ ਨਾਂ ਤੇ ਬਣਾ ਲਏ, ਰਾਈਟ? ਵਾਈ? ਤੇ ਗੱਲ ਹੈਗੀ ਹੈ ਕਿ ਤੁਸੀਂ ਕਿਸੇ ਨੂੰ ਅਧਿਕਾਰ ਦੇਤਾ ਕਿ ਮੈਂ ਤੇਰੀ ਜਾਤ ਲੈ ਕੇ ਜੀਉਂ। ਨੋ,
ਕਦੀ ਵੀ ਨਹੀਂ। ਮੈਂ ਤੇ ਇਹਨਾਂ ਨੂੰ ਜਿਹੜੇ ਆਪਣੇ ਆਪ ਨੂੰ ਵੀਰ ਸਾਡੇ ਬੜੇ ਮੇਰੇ ਜਾਣਕਾਰ ਨੇ ਦਲਿਤ ਫਲਾਣ, ਮੈਂ ਕਿਹਾ ਤੁਸੀਂ ਤੁਹਾਨੂੰ ਦਲਿਤ ਕੌਣ ਕਹਿੰਦਾ ਹੈ? ਵਾਈ ਯੂ ਸੇ ਕਿ ਯੂ ਆਰ ਅ ਦਲਿਤ? ਆਪਾਂ ਇਸ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਸਵਾਲ ਹੈ ਨਾ, ਫਿਰ ਆਪਾਂ ਗੱਲਬਾਤ ਅੱਗੋਂ ਜਾਰੀ ਰੱਖਾਂਗੇ ਕਿ ਸਾਹਿਬ ਗੁਰੂ ਅਰਜਨ ਪਾਤਸ਼ਾਹ ਨੇ ਜੋ ਸੰਪਾਦਨ ਕੀਤਾ ਗੁਰੂ ਗ੍ਰੰਥ ਸਾਹਿਬ ਦਾ, ਇਹ ਇੱਕ ਬਹੁਤ ਵੱਡੀ ਦੇਣ ਹੈ ਇਕੱਲੇ ਸਿੱਖਾਂ ਨੂੰ ਨਹੀਂ, ਪੂਰੀ ਮਨੁੱਖਤਾ ਨੂੰ। ਇਹਦੇ ਬਾਰੇ ਥੋੜੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਂਜੀ, ਸੌਰੀ ਮੈਂ ਤੁਹਾਡੇ ਪਹਿਲੇ ਸਵਾਲ ਦਾ ਵੀ ਆਨਸਰ ਨਹੀਂ ਸੀ ਦਿੱਤਾ। ਉਹ ਇਹਦੇ 'ਚ ਹੀ ਆ ਜਾਣਾ, ਡਾਇਵਰਟ ਹੋ ਗਏ। ਮੈਂ ਇਹਦੇ 'ਚ ਹੀ ਆ ਜਾਣਾ। ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 6 ਗੁਰੂ ਸਾਹਿਬਾਨ ਦੀ ਬਾਣੀ ਹੈ। ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਰਾ ਕੀਤਾ, ਤੇ ਗੁਰੂ ਤੇਗ ਬਹਾਦਰ ਜੀ। ਹਾਂਜੀ, ਇਹਨਾਂ ਗੁਰੂਆਂ ਦੀ ਬਾਣੀ। ਬਾਕੀ ਕਿਸੇ ਵੀ ਸਾਡੇ ਗੁਰੂ ਸਾਹਿਬਾਨ ਦੀ ਉੱਥੇ ਲਾਈਨ ਨਹੀਂ। ਦੈਟ ਡਸਨਟ ਮੀਨ ਕਿ ਉਹਨਾਂ ਨੇ ਉਹ ਬਾਣੀ ਅੱਗੇ ਨਹੀਂ ਚਲਾਈ। ਹਾਂਜੀ, ਗੁਰੂ ਨਾਨਕ ਪਾਤਸ਼ਾਹ ਜੀ ਹਮੇਸ਼ਾ ਬਾਣੀ ਲਿਖ ਕੇ ਆਪਣੇ ਕੋਲ ਰੱਖਦੇ ਸਨ। ਉਹ ਪੋਥੀਆਂ ਫਿਰ ਅੱਗੇ ਅੱਗੇ ਚੱਲਦੀਆਂ ਗਈਆਂ। ਹਾਂਜੀ, ਤੇ ਮਹਾਰਾਜ ਨੇ ਫਿਰ ਜਿਹੜੀ ਬੀੜ ਉਹਨੂੰ ਬੰਨਿਆ। ਹਾਂਜੀ, ਅੰਮ੍ਰਿਤਸਰ ਸਾਹਿਬ ਜਿੱਥੇ ਰਾਮਸਰ ਗੁਰਦੁਆਰਾ ਹੈ, ਦਰਬਾਰ ਸਾਹਿਬ ਦੇ ਨਾਲ ਹੀ, ਉੱਥੇ ਉਹ ਸਾਰੀ ਸੇਵਾ ਨਿਭਾਈ। ਠੀਕ ਹੈ। ਤੇ ਅੱਗੋਂ ਅਸੀਂ ਆ ਜਾਈਏ, 15 ਭਗਤਾਂ ਦੀ ਬਾਣੀ ਹੈ। ਉਹਨਾਂ ਦੇ ਸਾਰਿਆਂ ਦੇ ਮੇਨ ਜਿਹੜੇ ਅਸੀਂ ਜ਼ਿਆਦਾ ਸ਼ਬਦ ਪੜ੍ਹਦੇ ਹਾਂ, ਉਹ ਪੜ੍ਹਦੇ ਹਾਂ ਬਾਬਾ ਕਬੀਰ ਜੀ ਦੇ, ਭਗਤ ਨਾਮਦੇਵ ਜੀ ਦੇ, ਭਗਤ ਰਵਿਦਾਸ ਜੀ ਦੇ, ਸੈਣ ਜੀ ਦੇ, ਧੰਨਾ ਜੀ ਦੇ, ਸਾਰੇ 15 ਨੇ। ਹਾਂਜੀ, ਤੇ 11 ਭੱਟ ਸਹਿਬਾਨ ਨੇ। ਹਾਂਜੀ, ਨਲ ਸਲ ਇਹ ਸਾਰੇ ਨਾਲ ਆਉਂਦੇ ਨਾਲ, ਮਥੁਰਾ ਵੀ ਹੈਗਾ। ਹਾਂਜੀ, ਉਹ ਸਾਰੇ ਇੱਕ ਮੈਂ ਉਹਦੀ ਉਹ 11 ਜਣੇ ਸਾਰਸਵਤ ਬ੍ਰਾਹਮਣ ਸੀਗੇ, ਟਾਪ ਮੋਸਟ ਜਿਹੜੇ ਹੁੰਦੇ ਆ ਕਸ਼ਮੀਰੀ। ਹਾਂਜੀ, ਤੇ ਉਹ ਜਗਾਦਰੀ ਦੇ ਕੋਲ ਰਹਿੰਦੇ ਸੀਗੇ। ਅੱਛਾ, ਜਮਨਾ ਦੇ ਕੋਲ। ਠੀਕ ਹੈ। ਤੇ ਉਹਨਾਂ ਦੇ ਜਿਹੜੇ ਰਸੋਈਏ ਵੀ ਆਪਣੇ ਹੁੰਦੇ ਸੀ, ਇੰਨਾ ਸੋਮ ਪੱਕਾ ਉਹ ਕਰਦੇ ਸੀਗੇ। ਪਰ ਜਦੋਂ ਉਹਨਾਂ ਨੇ ਸਿੱਖਾਂ ਨੂੰ ਜਿਹੜੇ ਮੁੜਦੇ ਸੀ ਮਹਾਰਾਜ ਦੇ ਦਰਬਾਰ ਚੋਂ ਬਾਣੀ ਗਾਉਂਦਿਆਂ, ਹਲ ਵਾਹੁੰਦਿਆਂ ਦੇਖਿਆ, ਉਹ ਕਹਿੰਦੇ ਵੀ ਆਹ ਬੰਦੇ ਹੀ ਹੋਰ ਦੇ ਹੋਰ ਬਣ ਗਏ, ਕੀ ਹੋਇਆ? ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਹਦੀ ਬਾਣੀ ਪੜ੍ਹ ਰਹੇ ਹੋ? ਉਹ ਕਹਿੰਦੇ ਸਾਡੇ ਗੁਰੂ ਅੰਮ੍ਰਿਤਸਰ ਸਾਹਿਬ ਨੇ। ਜਦੋਂ ਉੱਥੇ ਗਏ ਉਹ ਤੇ, ਕਿਉਂਕਿ ਉਹ ਵੀ ਕਾਫੀ ਸਕਾਲਰਲੀ ਬੰਦੇ ਸੀ ਔਰ ਰੂਹ ਦੇ ਤੌਰ ਤੇ ਕਾਫੀ ਉੱਚੇ ਪੁੱਜੇ ਹੋਏ ਸੀ, ਲੇਕਿਨ ਦੇ ਵਰ ਸਟਿਲ ਸਟਕ। ਹਾਂਜੀ, ਅੱਗੇ ਨਹੀਂ ਸੀ। ਤੇ ਉਹਨਾਂ ਨੇ ਜਦੋਂ ਦਰਸ਼ਨ ਕੀਤੇ ਫਿਰ ਉਹ ਗਾ ਉੱਠੇ, ਵਾਹਿਗੁਰੂ 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 ਵਾਹ ਜੀਓ, ਕਮਲ ਨੈਣ ਮਧੁਰ ਬੈਨ, ਕੋਟ ਸੈਨ ਸੰਭ ਸੋਗ। ਇਹ ਜਿਹੜਾ ਇਹ ਦਰਬਾਰ ਸਾਹਿਬ ਅੱਜ ਵੀ ਇਹ ਉਚਾਰਨ ਕਰਦੇ ਨੇ ਸਵਈਏ। ਹਾਂਜੀ, ਤੇ ਤੁਸੀਂ ਭੱਟਾਂ ਦੇ ਸਵਈਏ ਅਗਰ ਤੁਸੀਂ ਪਹਿਲਾਂ ਸਰਵਣ ਕੀਤਾ ਸੀ ਸ਼ੁਰੂ ਦੇ ਵਿੱਚ, ਉਹਨਾਂ ਚੋਂ ਇੱਕ, ਹਾਂਜੀ, ਉਹ ਸਵਈਆ ਸੀ, ਉਹ ਮੈਂ ਆਇਡੈਂਟੀਫਾਈ ਕਰ ਲਿਆ ਸੀ। ਤੇ ਗੁਰੂ ਸਾਹਿਬ ਦੀ ਬਾਣੀ ਉਹ ਜਦੋਂ ਵੇਖਿਆ ਦਰਬਾਰ ਵੀ ਇਹਨਾਂ ਦਾ ਗੁਰੂ, ਤੇ ਇਹ ਤੇ ਰੱਬ ਦੇ ਕੰਮ ਨੇ ਸਾਰੇ। ਇੱਥੇ ਮਜ਼ਲੂਮਾਂ ਨੂੰ ਰੋਟੀ ਮਿਲ ਰਹੀ ਹੈ, ਗੁਰੂ ਆਪੇ ਇੱਟਾਂ ਲਾ ਰਿਹਾ ਹੈ, ਗੁਰੂ ਜੋੜੇ ਝਾੜ ਰਿਹਾ ਹੈ ਸੰਗਤ ਦੇ, ਉਹੀਓ ਗੁਰੂ ਉੱਠ ਕੇ ਤੁਹਾਨੂੰ ਤਖਤ ਤੇ ਬੈਠ ਕੇ ਉਪਦੇਸ਼ ਕਰ ਰਿਹਾ। ਜਿਹੜੀ ਮੈਂ ਗੱਲ ਤੁਹਾਨੂੰ ਕਹੀ ਸੀ ਕਿ ਸਾਨੂੰ ਹੁਕਮ ਨੇ ਵੀ ਪੂਜਾ ਅਕਾਲ ਕੀ। ਅਕਾਲ ਕਿੱਥੇ ਹੈ? ਸਾਰੀ ਸ੍ਰਿਸ਼ਟੀ 'ਚ ਹੈ। ਸਾਰੀ ਸ੍ਰਿਸ਼ਟੀ ਦੀ ਪੂਜਾ ਕਰਨੀ ਅਸੀਂ, ਕੁਦਰਤ ਦੀ ਵੀ ਕਰਨੀ ਹੈ, ਹੋਰਾਂ ਚੀਜ਼ਾਂ ਦੀ ਵੀ। ਉਹਨਾਂ ਨੂੰ ਪੂਜਣਾ ਹੈ, ਮਤਲਬ ਧਿਆਨ ਰੱਖਣਾ, ਰਿਸਪੈਕਟ ਕਰਨੀ ਹੈ। ਪਰਚਾ ਸ਼ਬਦ ਦਾ ਇਹ ਸਭ ਤੋਂ ਜਦੋਂ ਤੁਸੀਂ ਗੱਲ ਕਹੀ ਸੀ ਵੀ ਜਾਂਦੇ ਤਾਂ ਉਹਨਾਂ ਨੂੰ ਪਤਾ ਨਹੀਂ ਹੈਗਾ। ਪਰਚਾ ਮਤਲਬ ਪਰਿਚੈ ਹੈ, ਜਾਣ ਪਛਾਣ ਕਰਨੀ ਹੈ ਸ਼ਬਦ ਦੇ ਨਾਲ। ਹੁਣ ਅਸੀਂ ਜਾਣ ਪਛਾਣ ਕਰਨ ਦਾ ਵਸੀਲਾ ਕਿਹੜਾ ਬਣਾਇਆ ਹੈ? ਖਾਲੀ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਆ ਜਾਣਾ ਪਰਚਾ ਹੋ ਜਾਏਗਾ ਤੁਹਾਡਾ? ਨਹੀਂ। ਇਹ ਸਕੂਲ ਹੈ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਸਟੇਟ ਵਿਦ ਇਨ ਸਟੇਟ, ਕਿ ਉੱਥੇ ਸਾਡੇ ਪਾਤਸ਼ਾਹ ਨੇ, ਉਹ ਉਪਦੇਸ਼ ਦੇ ਰਹੇ ਨੇ, ਜੀਵਨ ਜਾਚ ਸਿਖਾ ਰਹੇ ਨੇ, ਤੁਹਾਨੂੰ ਸੋਚਣਾ ਸਮਝਣਾ ਸਿਖਾ ਰਹੇ ਨੇ, ਤੁਹਾਨੂੰ ਬੋਲਣਾ ਸਿਖਾ ਰਹੇ ਨੇ, ਤੁਹਾਨੂੰ ਵਿਚਰਨਾ ਸਿਖਾ ਰਹੇ ਨੇ, ਰਾਈਟ? ਤੇ ਅੱਗੋਂ ਆ ਗਿਆ ਦੀਦਾਰ ਖਾਲਸੇ ਦਾ। ਹੁਣ ਖਾਲਸਾ ਕੌਣ ਹੈ? ਖਾਲਸਾ ਉਹ ਹੈ ਜਿਨਨੇ ਇਹ ਸਾਰਾ ਹੁਕਮ ਮੰਨ ਕੇ ਆਪਣੀ ਜੀਵਨ ਜਾਚ ਗੁਰੂ ਦੇ ਮੁਤਾਬਕ ਬਣਾ ਲਈ ਹੈ। ਪਰ ਇਹ ਨਹੀਂ ਕਿ ਦੂਜੇ ਸਿੱਖ ਨਹੀਂ ਨੇ। ਸਿੱਖ ਤੇ ਸਿੰਘ ਦੋ ਡਿਫਰੈਂਟ ਨੇ। ਬਿਲਕੁਲ। ਖਾਲਸੇ ਦਾ ਥਾਂ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ 'ਚ ਵੀ ਜ਼ਿਕਰ ਕੀਤਾ ਗਿਆ। ਉਹਦੇ 'ਚ ਸਮੂਹਿਕ ਰੂਪ ਦੇ ਵਿੱਚ ਖਾਲਸ ਤੋਂ ਖਾਲਸੇ ਦਾ ਜਿਹੜਾ ਸਫ਼ਰ ਆ ਉਹ ਵੀ ਤੈਅ ਹੁੰਦਾ ਦਿਖਾਇਆ ਗਿਆ ਵੱਖ-ਵੱਖ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ 'ਚ। ਖਾਲਸੇ ਦਾ ਮਤਲਬ ਕੀ ਹੈ? ਇਹ ਲਫ਼ਜ਼ ਜਦੋਂ ਸਾਡੇ ਉੱਤੇ ਮੁਗਲ ਰਾਜ ਕਰਦੇ ਸੀ ਤੇ ਉੱਥੇ ਲਿਖਿਆ ਹੋਇਆ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਜਦੋਂ ਜ਼ਮੀਨ ਦੇ ਕਾਗਜ਼ ਬਣਾਏ ਜਾਂਦੇ ਸੀ, ਇੱਕ ਖਾਲਸਾ ਜ਼ਮੀਨ ਹੈ। ਉਹ ਖਾਲਸਾ ਜ਼ਮੀਨ ਦੇ ਉੱਤੇ ਉੱਥੋਂ ਦੇ ਲੋਕਲ ਪ੍ਰਬੰਧਕ ਦਾ ਕੋਈ ਹੱਕ ਨਹੀਂ ਹੈ, ਉਹ ਸਿੱਧੀ ਰਾਜੇ ਦੇ ਅੰਡਰ ਹੈ। ਠੀਕ ਹੈ। ਜਿਹੜੇ ਅਸੀਂ ਖਾਲਸਾ ਵਾਂ, ਖਾਲਸਾ ਮੀਨਸ ਸੋਵਰਨ। ਇਹਦਾ ਮਤਲਬ ਪਿਓਰ ਤੋਂ ਨਹੀਂ ਹੈ। ਲੋਕਾਂ ਨੇ ਪਿਓਰ ਬਣਾ ਲਿਆ, ਇਟਸ ਨਾਟ ਪਿਓਰ। ਖਾਲਸਾ ਮੀਨਸ ਸੋਵਰਨ, ਆਜ਼ਾਦ, ਜਿਹੜਾ ਆਪਣੇ ਆਪ 'ਚ ਹੀ ਆਜ਼ਾਦ ਹੈ। ਉਹਦੇ ਉੱਤੇ ਸਿਰਫ ਅਕਾਲ ਦਾ ਹੁਕਮ ਚੱਲਦਾ ਹੈ ਬਸ। ਹਾਂ, ਉਹ ਕਿਸੇ ਦੇ ਅਧੀਨ ਨਹੀਂ ਹੈਗਾ। ਨਹੀਂ, ਇਸ ਕਰਕੇ ਗੁਰਦੁਆਰੇ ਤੇ ਕਿਸੇ ਦਾ ਹੁਕਮ ਨਹੀਂ ਚੱਲ ਸਕਦਾ।
ਗੁਰਦੁਆਰੇ ਤੇ ਅਕਾਲ ਦਾ ਹੁਕਮ ਚੱਲਦਾ ਹੈ, ਗੁਰੂ ਅਕਾਲ ਹੈ। ਔਰ ਇਹ ਵੀ ਨਹੀਂ ਕਦੀ ਭੁੱਲਣਾ ਕਿ ਗੁਰੂ ਵਿੱਚ ਤੇ ਰੱਬ 'ਚ ਕੋਈ ਅੰਤਰ ਹੈ। ਇਹ ਬੜੀ ਦੁਬਿਧਾ ਪਾਈ ਗਈ ਹੈ। ਸਾਹਿਬ ਦੀ ਬਾਣੀ ਕਹਿੰਦੀ ਹੈ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਦੇ ਵਿੱਚ ਤੇ ਮੇਰਾ ਰੱਬ ਕੌਣ ਹੈ? ਗੁਰੂ ਨਾਨਕ, ਗੁਰਬਾਣੀ। ਮੈਂ ਹੋਰ ਰੱਬ ਨੂੰ ਕਿੱਥੇ ਲੱਭਣਾ ਜਾ ਕੇ? ਜੇ ਮੈਨੂੰ ਆਪਣੇ ਹਸਬੈਂਡ 'ਚੋਂ ਨਜ਼ਰ ਨਹੀਂ ਆਇਆ, ਤੁਹਾਡੇ ਵਰਗੇ ਭਰਾ 'ਚੋਂ ਨਜ਼ਰ ਨਹੀਂ ਆਇਆ, ਬੱਚੇ 'ਚੋਂ ਨਹੀਂ ਆਇਆ, ਦਰਖਤਾਂ 'ਚੋਂ ਨਹੀਂ ਆਇਆ, ਕਿਹੜਾ ਰੱਬ ਐਡਾ ਨਜ਼ਰ ਆਏਗਾ? ਨਹੀਂ ਆਏਗਾ। ਤੇ ਸ਼ਬਦ ਤੁਹਾਨੂੰ ਸਿਖਾਉਂਦਾ ਕਿ ਰੱਬ ਦੇ ਦਰਸ਼ਨ ਕਰਨੇ ਕਿਵੇਂ ਆ। ਉਹ ਤੁਹਾਡੀਆਂ ਅੱਖਾਂ ਹੀ ਬਦਲ ਦੇਗਾ, ਤੁਹਾਡੀ ਤੱਕਣੀ ਬਦਲ ਦੇਗਾ, ਤੁਹਾਡਾ ਸੋਚਣਾ ਬਦਲ ਦੇਗਾ। ਸੋ ਇਹ ਕੰਮ ਗੁਰਦੁਆਰੇ ਹੁੰਦਾ। ਹੁਣ ਉੱਥੇ ਮਜ਼ਲੂਮ ਨੂੰ ਸ਼ੈਲਟਰ ਹੈ। ਦੇਖੋ, ਮਾਤਾ ਕੌਲਾਂ ਜੀ ਦਾ ਤੁਸੀਂ ਇਤਿਹਾਸ ਜਾਣਦੇ ਹੋ। ਮਾਤਾ ਕੌਲਾਂ ਜੀ ਕਾਜ਼ੀ ਦੀ ਧੀ ਸੀ। ਉਹ ਬਾਣੀ ਪੜ੍ਹਦੇ ਸਨ ਕਿਉਂਕਿ ਉਹ ਸਾਈਂ ਮੀਆਂ ਮੀਰ ਜੀ ਨੂੰ ਜਾਣਦੇ ਸਨ। ਅੱਜ ਵੀ ਸਾਡੇ ਆਸਮਾ ਕਾਦਰੀ ਜੀ ਹੈਗੇ, ਸ਼ਾਇਦ ਤੁਸੀਂ ਨਾਂ ਸੁਣਿਆ ਹੋਵੇ, ਡਾਕਟਰ ਆਸਮਾ ਕਾਦਰੀ ਜੀ। ਹਾਂਜੀ ਹਾਂਜੀ, ਮੈਂ ਸੁਣਿਆ। ਕਿੰਨੀ ਬਾਣੀ ਪੜ੍ਹਦੇ ਨੇ ਉਹ ਕਿੰਨੀਆਂ ਐਗਜ਼ਾਮਪਲਾਂ ਦਿੰਦੇ ਨੇ, ਕਿੰਨੀ ਉਹਨਾਂ ਦੀ ਮਿੱਠੀ ਆਵਾਜ਼ ਹੈ, ਉਹ ਕਿੰਨੇ ਪਿਆਰ ਨਾਲ ਬਾਣੀ ਪੜ੍ਹਦੇ ਨੇ। ਹੁਣ ਉਹਨਾਂ ਨੂੰ ਉੱਠ ਕੇ ਉੱਥੋਂ ਦੇ ਮੁਸਲਮਾਨ ਕਹਿਣ ਤੈਨੂੰ ਤਾਂ ਫਤਵੇ ਲਾ ਕੇ ਮਾਰ ਹੀ ਦੇਣਾ, ਵਾਟਸ ਦ ਪੁਆਇੰਟ? ਉਹ ਗੱਲ ਖਤਮ। ਹਾਂ, ਤੇ ਗੱਲ ਇਹ ਹੈਗੀ ਹੈ ਕਿ ਉਹਨਾਂ ਨੂੰ ਜਦੋਂ ਉਹਨਾਂ ਦੇ ਪਿਓ ਨੇ ਕਿਹਾ ਕਿ ਮੈਨੂੰ ਕਤਲ ਕਰਨਾ ਹੈ, ਤੇ ਸਾਈਂ ਮੀਆਂ ਮੀਰ ਜੀ ਨੇ ਆ ਕੇ ਹਰਗੋਬਿੰਦ ਪਾਤਸ਼ਾਹ ਜੀ ਨੂੰ ਕਿਹਾ ਸੀ, ਤੁਹਾਡਾ ਇੱਕ ਸਿੱਖ ਤੇ ਖਤਰੇ 'ਚ ਹੈ, ਹੁਣ ਦੱਸੋ ਕੀ ਕਰਾਂ? ਉਹ ਕਹਿੰਦੇ ਤੁਸੀਂ ਤਾਂ ਆਪ ਰੱਬੀ ਰੂਪ ਹੋ, ਕਿਉਂਕਿ ਇੰਨਾ ਪਿਆਰ ਸੀ ਮੀਆਂ ਮੀਰ ਜੀ ਦਾ ਸਾਹਿਬ ਦੇ ਨਾਲ। ਉਹ ਤੇ ਘਰ ਦੇ ਗੁਰੂ ਘਰ ਤੇ ਗੁਰੂ ਦਰ ਤੇ ਸਾਈਂ ਮੀਆਂ ਮੀਰ ਜੀ ਇੱਕ ਮਿਕ ਸਨ। ਹਾਂ, ਤੇ ਉਹ ਲੈ ਆਏ ਉਹਨਾਂ ਨੂੰ, ਕਹਿੰਦੇ ਉਸ ਬੇਟੀ ਨੂੰ ਇੱਥੇ ਲਿਆਓ। ਤੇ ਮਹਾਰਾਜ ਨੇ ਉਹਨਾਂ ਨੇ ਗਲਤ ਸਾਖੀਆਂ ਇਹਨਾਂ ਬਾਹਮਣਾਂ ਨੇ ਘੜ ਕੇ, ਕਿਉਂਕਿ ਜਿੱਦਾਂ ਦੀ ਸੋਚ ਹੁੰਦੀ ਉਹ ਜੀ ਕਿਸੇ ਨੇ ਗੱਲ ਕਰਨੀ, ਹਰ ਚੀਜ਼ ਨੂੰ ਉਹਦੇ ਚ ਗੰਦਗੀ ਲਬੇੜ ਦੇਣੀ। ਦੈਟਸ देयर ਪ੍ਰੋਬਲਮ, ਸਾਡੀ ਪ੍ਰੋਬਲਮ ਨਹੀਂ ਹੈ। ਸੋ ਵੀ ਡੋਂਟ ਹੈਵ ਟੂ ਵਰੀ ਅਬਾਊਟ ਦੈਟ। ਬਿਲਕੁਲ ਬਿਲਕੁਲ। ਤੇ ਮਾਤਾ ਜੀ ਨੂੰ, ਕੌਲਾਂ ਜੀ ਨੂੰ, ਕੌਲਸਰ ਗੁਰਦੁਆਰਾ ਹੈਗਾ, ਤੁਸੀਂ ਜਾਓ ਅਗਰ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਹੀ, ਬਾਬਾ ਟਲ ਰਾਏ ਜੀ ਦੇ ਨਾਲ। ਬਾਬਾ ਟਲ ਰਾਏ ਜੀ ਦੇ ਨਾਲ ਹੀ ਹੈ ਨਾ। ਉਹਨਾਂ ਨੇ ਕਿਹਾ ਜੀ ਤੁਸੀਂ ਇੱਥੇ ਰਹੋ ਤੇ ਜੋ ਕੁਝ ਕਰਨਾ ਚਾਹੁੰਦੇ ਕਰੋ, ਤੁਹਾਡੀ ਇੱਥੇ ਵਾਵਲ ਨਹੀਂ ਵੇਖ ਸਕਦਾ। ਹੋ ਗਿਆ ਨਾ ਸਟੇਟ ਵਿਦ ਇਨ ਸਟੇਟ। ਹੁਣ ਦੂਜੀ ਸਰਕਾਰ ਦਾ ਬੰਦਾ ਇਸ ਸਰਕਾਰ ਦੇ, ਸਾਡੀ ਸਰਕਾਰ ਤੇ ਹੈ ਹੀ ਗੁਰੂ ਗ੍ਰੰਥ ਸਾਹਿਬ, ਹੈ ਹੀ ਗੁਰੂ, ਹੋਰ ਕੋਈ ਸਰਕਾਰ ਹੈ? ਬਹੁਤ ਵਧੀਆ ਜੀ, ਬਹੁਤ ਵਧੀਆ। ਸ਼ੁਕਰੀਆ ਬੀਬੀ ਜੀ ਤੁਹਾਡਾ, ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ। ਸਾਡੀ ਇਹ ਗੱਲਬਾਤ ਜਾਰੀ ਰਹੇਗੀ। ਅਗਲੇ ਜਿਹੜੇ ਐਪੀਸੋਡਸ ਨੇ ਉਹਨਾਂ ਦੇ ਵਿੱਚ ਅਸੀਂ ਇਹ ਗੱਲਬਾਤ ਜਾਰੀ ਰੱਖਾਂਗੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮੁੱਚੀ ਜੀਵਨ ਜਾਂਚ ਹੈ, ਤੇ ਇਸ ਜੀਵਨ ਜਾਂਚ ਦੇ ਜਿਹੜੇ ਹਿੱਸੇ ਨੇ, ਕੜੀਆਂ ਨੇ, ਉਹ ਅਸੀਂ ਅਗਲੇ ਐਪੀਸੋਡਸ ਦੇ ਵਿੱਚ ਖੋਲ੍ਹਦੇ ਜਾਵਾਂਗੇ। ਤੁਹਾਡਾ ਇਹ ਪ੍ਰੋਗਰਾਮ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ। ਸਾਡੇ ਅਗਲੇ ਐਪੀਸੋਡਸ ਵੀ ਦੇਖਣਾ ਨਾ ਭੁੱਲਣਾ, ਤੇ ਜਿਵੇਂ ਜਿਵੇਂ ਅਸੀਂ ਅੱਗੇ ਸਫ਼ਰ ਕਰਾਂਗੇ ਉਵੇਂ ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲਦੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।